मारिया गया और दो बेटियां का जिहड़ा कतल होया, इस तरह की वारदात इन्नी वड्डे अंजाम किद्दां हो गए? ਦੋਸ਼ੀਆਂ ਨੂੰ ਜਿਹੜੀ ਪੰਜਾਬੀ ਆਪਾਂ ਕਹਿ ਦਈਏ ਕਿ ਉਹਨਾਂ ਨੂੰ ਲਾਹਨਤ ਪਾਉਣੀ ਚਾਹੀਦੀ ਸੀ, ਪਰ ਅਸੀਂ ਉਹਨਾਂ ਦੀ ਵਕਾਲਤ ਕਰਨ ਤੁਰ ਪਏ। ਤੇ ਜਦੋਂ ਮੁਖੀਆਂ ਦਾ ਵੀ ਅਸੀਂ ਦੇਖਦੇ ਹਾਂ ਕਿ ਉਹਨਾਂ ਦਾ ਕਿਆ ਕਿਸ ਪਾਸੇ ਨੂੰ ਤੁਰ ਰਹੇ ਨੇ, ਤਾਂ ਫਿਰ ਉਹ ਤੁਸੀਂ ਕਿਹੜੇ ਮੁਖੀ ਤੇ ਇਸ਼ਾਰਾ ਕਰ ਰਹੇ ਸੀ? ਮੈਂ ਤੁਸੀਂ ਮੇਰਾ ਖਿਆਲ ਮੇਰੀ ਗੱਲ ਨੂੰ ਸਮਝ ਰਹੇ ਹੋ, ਮੈਂ ਕਿਤੇ ਮੈਂ ਉਸ ਨੂੰ ਰਾਜਨੀਤਿਕ ਪੱਖੋਂ ਵੱਲ ਨਹੀਂ ਲਿਜਾ ਰਿਹਾ। SGPC ਵੱਲੋਂ ਵੀ ਬਿਆਨ ਆਇਆ ਹੈ ਬਿਕੋਜ਼ ਜਿਹੜੇ ਪ੍ਰयास ਮਾਨਸਿਕਤਾ ਨੂੰ ਚੇਂਜ ਕਰਨ ਦੇ, ਉਹਨਾਂ ਨੂੰ ਲੱਗਦਾ ਹੈ ਕਿ ਇਹ ਸਰਕਾਰ ਇੱਕ ਹਿੰਦੂ ਰਾਸ਼ਟਰ ਬਣਾਉਣਾ ਚਾਹਦੀ ਜਿੱਥੇ ਘੱਟ ਗਿਣਤੀਆਂ ਨੂੰ, ਉਹਨੂੰ ਲੱਗਦਾ ਇਹੋ ਜਿਹੀ ਸੋਚ ਆਏਗੀ ਤਾਂ ਜੋ ਦਰਾਰਾਂ ਨੇ ਧਰਮ ਵਿੱਚ ਉਹ ਪੈ ਜਾਣੀਆਂ। ਤਾਂ ਉਹਨਾਂ ਨੇ ਵੀ ਇਸ ਦੀ ਨਿੰਦਾ ਕੀਤੀ। ਤੁਸੀਂ ਉਹਦੇ ਬਾਰੇ ਕੀ ਕਹਿੰਦੇ ਹੋ? ਜਿੱਥੇ ਭਾਈਚਾਰਕ ਸਾਂਝ ਵਧਾਉਣ ਦੀ ਲੋੜ ਹੈ, ਜਿਹੜਾ ਸਾਡਾ ਕਰਤੱਵ ਸੀ ਆਪਾਂ ਉਹ ਨਹੀਂ ਕਰ ਰਹੇ, ਆਪਾਂ ਕਿਤੇ ਹੋਰ ਪਾਸੇ ਫਸ ਗਏ। ਅੱਜ ਪਿੰਡਾਂ ਦੇ ਵਿੱਚ ਗੁਰਦੁਆਰੇ ਹੈ, ਇਹ ਗੁਰਦੁਆਰਾ ਇਹ ਰਾਮਗੜੀਆਂ ਦਾ, ਇਹ ਗੁਰਦੁਆਰਾ ਇਹ ਲੁਬਾਣਿਆਂ ਦਾ, ਇਹ ਗੁਰਦੁਆਰਾ ਰਵਿਦਾਸੀਆਂ ਦਾ ਹੈ, ਇਹ ਗੁਰਦੁਆਰਾ ਇਹ ਸਿੰਘਾਂ ਉਹਦਾ ਜੱਟਾਂ ਦਾ। ਇੱਕ ਇੱਕ ਪਿੰਡ ਦੇ ਵਿੱਚ ਗਿਆ 6-6 ਸ਼ਮਸ਼ਾਨ ਘਾਟ ਹੈ, ਔਰ ਉਹਦੇ 'ਚ ਜਾਣੀ ਮਰਨ ਤੋਂ ਬਾਅਦ ਵੀ ਅਸੀਂ ਕਿਤੇ ਨਹੀਂ ਜਾਂਦੇ। ਅਸੀਂ ਕਹਿੰਦੇ ਰੱਬ ਇੱਕ ਆਤਮਾ ਉੱਪਰ ਚਲੇ ਜਾਂਦੀ, ਉਹਦੇ 'ਚ ਮਿਲ ਜਾਂਦੀ, ਉਹਨਾਂ ਨੂੰ ਵੀ ਨਹੀਂ ਮਿਲਣ ਦਿੰਦੇ। ਜਿਹੜਾ ਸਿੱਖ ਹੋ ਗਿਆ ਉਹ ਸਿੱਖ ਹੈ, ਉਹਦੀ ਕੋਈ ਜਾਤ ਨਹੀਂ। ਤਾਂ ਫਿਰ ਇਹ ਮਜ਼੍ਹਬੀ ਸਿੱਖ, ਇਹ ਲੁਬਾਣਾ ਸਿੱਖ, ਇਹ ਅਰੋੜਾ ਸਿੱਖ, ਇਹ ਜੱਟ ਸਿੱਖ, ਇਹ ਕਿੱਥੋਂ ਆਏ? ਇਹਦੇ ਉੱਤੇ ਕੰਮ ਕਰਨ ਦੀ ਲੋੜ ਹੈ। ਇਹ ਤੁਹਾਡੀ ਜਿਹੜੀ ਅੱਜ ਥੋੜੀ ਦਰਾਰਾਂ ਆ ਰਹੀਆਂ, ਇਹ ਇੱਕ ਸਿਆਸੀ ਦਰਾਰਾਂ ਨੇ। ਤੁਸੀਂ ਇਕੱਠੇ ਸੀ ਜਦ ਇਹ ਗਿਰਾਵਟ ਸ਼ੁਰੂ ਹੋ ਗਈ ਸੀ, ਸਾਡੀ ਵਰਗੀਆਂ ਅਖਬਾਰਾਂ ਬੜੀ ਆਵਾਜ਼ ਚੁੱਕੀ ਪਰ ਸੁਣੀ ਨਹੀਂ ਗਈ। ਉਦੋਂ ਤੁਸੀਂ ਇਸ ਬਾਰੇ ਆਪਣੇ ਭਾਈਵਾਲੀ ਦੇ ਵਿੱਚ ਕਦੇ ਗੱਲ ਨਹੀਂ ਕੀਤੀ ਕਿ ਇੰਨੇ ਗੁਰਦੁਆਰੇ ਬਣ ਰਹੇ ਹੋ, ਕਿਸ ਰਾਜ ਵਿੱਚ ਬਣੇ? ਬੈਠੇ ਤਾਂ ਅਸੀਂ ਉਸ ਧਰਤੀ ਤੇ ਹਾਂ ਜਿੱਥੇ ਬਾਬਾ ਨਾਨਕ ਆਏ ਸੀ, ਜਿਨ੍ਹਾਂ ਨੇ ਜਾਤ ਪਾਤ ਦੀ ਬਰਾਬਰੀ ਕੱਢੀ ਸੀ। ਪਰ 500 ਸਾਲ ਬੀਤ ਗਏ ਨੇ, ਸਰਕਾਰਾਂ ਬਦਲ ਗਈਆਂ ਹੈ, ਤਾਕਤਾਂ ਬਦਲ ਗਈਆਂ ਨੇ, ਕਾਨੂੰਨ ਬਦਲ ਗਏ ਨੇ, ਪਰ ਇੱਕ ਐਸੀ ਬਰਾਬਰੀ ਜੋ ਸੋਚੀ ਗਈ ਹੈ ਵਾਰ-ਵਾਰ ਉਹ ਲਾਗੂ ਨਹੀਂ ਹੁੰਦੀ। ਅਸੀਂ ਪੰਜਾਬ ਦੀ ਧਰਤੀ ਤੇ ਖਾਸ ਕਰ ਜਦ ਦਲਿਤ ਵਰਗ ਨਾਲ ਕੁਝ ਇਹੋ ਜਿਹੀਆਂ ਕਾਰਨਾਮਾ ਦੇਖਦੇ ਹਾਂ, ਬੱਚਿਆਂ ਨਾਲ ਇਹੋ ਜਿਹੀਆਂ ਚੀਜ਼ਾਂ ਹੁੰਦਿਆਂ ਵੇਖਦੇ ਹਾਂ, ਕਿਉਂਕਿ ਉਹ ਸਿਰਫ ਇੱਕ ਉਹ ਸਮਾਜ ਚੋਂ ਦੀ ਕੁੱਖ ਚੋਂ ਆਏ ਨੇ ਜਿਹਦੇ ਉੱਤੇ ਉਸ ਜਾਤ ਦਾ ਭਾਰ ਹੈ, ਤਾਂ ਬਹੁਤ ਅਫਸੋਸ ਹੁੰਦਾ ਹੈ। ਭਾਵੇਂ ਇਹ ਭਾਰਤ ਵਿੱਚ ਨਵੀਂ ਗੱਲ ਨਹੀਂ ਹੈ, ਪਰ ਜਦ ਪੰਜਾਬ ਵਿੱਚ ਹੁੰਦਾ ਤਾਂ ਅਫਸੋਸ ਜ਼ਿਆਦਾ ਹੁੰਦਾ ਹੈ। ਇਸ ਮੁੱਦੇ ਤੇ ਗੱਲ ਕਰਨ ਵਾਸਤੇ ਤੇ ਇੱਥੇ ਬਦਲਾਅ ਕਿੱਦਾਂ ਆ ਸਕਦਾ, ਸਾਡੇ ਨਾਲ ਜੁੜੇ ਨੇ ਅੱਜ ਵਿਜੇ ਸਾਂਪਲਾ ਜੀ। ਸਰ, ਸਾਡਾ ਜੁੜਨ ਲਈ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ, ਔਰ ਸਪੋਕਸਮੈਨ TV ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰ, ਤੁਹਾਡੇ ਤੇ ਇੱਕ ਬੜੀ ਵੱਡੀ ਜ਼ਿੰਮੇਵਾਰੀ ਹੈ ਦੇਸ਼ ਵਿੱਚ ਜੋ ਬਦਲਾਅ ਤੁਸੀਂ ਲਿਆਉਣਾ ਚਾਹੁੰਦੇ ਹੋ ਐਸੀ ਕਮਿਸ਼ਨ ਦੇ ਚੇਅਰਮੈਨ ਹੋਣ ਦੇ ਬਾਬਤ, ਇਹ ਜੋ ਕਿਸ ਤਰ੍ਹਾਂ ਤੁਸੀਂ ਲਿਆਉਣ ਦੀ ਸੋਚ ਰਹੇ ਹੋ? ਦੇਖੋ, ਇਸ ਤਰ੍ਹਾਂ ਹੈ ਕਿ ਨਿਮਰਤ ਜੀ ਕਿ ਇਸ ਕਮਿਸ਼ਨ ਦਾ ਜਿਹੜਾ ਮੁੱਖ ਰੂਪ 'ਚ ਕੰਮ ਹੈ, ਉਸ ਜਿਨ੍ਹਾਂ ਦੇ ਉੱਤੇ ਜਾਤੀ ਹੁੰਦੀ ਹੈ, ਜਿਨ੍ਹਾਂ ਦਾ ਨਾਲ ਸ਼ੋਸ਼ਣ ਉਤਪੀੜਨ ਹੁੰਦਾ, ਉਹਨਾਂ ਨੂੰ ਨਿਆਂ ਦਿਵਾਉਣ ਦਾ ਇਹਨਾਂ ਦਾ ਕੰਮ ਜਿਹੜਾ ਮੁੱਖ ਰੂਪ 'ਚ ਹੈ। ਔਰ ਭਵਿੱਖ ਦੇ ਵਿੱਚ ਐਸੀਆਂ ਕਿਹੜੀਆਂ ਯੋਜਨਾਵਾਂ ਬਣਾਈਆਂ ਜਾਣ ਜਿਹੜੀਆਂ ਕਿ ਇਹਨਾਂ ਦੇ ਨਾਲ ਸ਼ੋਸ਼ਣ ਤੋਂ ਰਹਿਤ ਹੋਣ ਅਤੇ ਉਹਨਾਂ ਦੇ ਨਾਲ ਲੋਕ ਵੀ ਸਵੀਕਾਰ ਕਰਨ ਅਤੇ ਸਮਾਜ 'ਚ ਬਰਾਬਰਤਾ ਆਵੇ। ਉਹਨਾਂ ਵਾਸਤੇ ਸਮੇਂ-ਸਮੇਂ ਲੋਕਾਂ ਦੇ ਨਾਲ ਬੈਠ ਕੇ, ਯੂਨੀਵਰਸਿਟੀਆਂ ਦੇ ਨਾਲ ਬੈਠ ਕੇ, ਜਾਂ ਸਮਾਜਿਕ ਜਾਂ ਸਰਕਾਰੀ ਅਦਾਰਿਆਂ ਦੇ ਨਾਲ ਬੈਠ ਕੇ ਉਹਨਾਂ ਦੇ ਅਨੁਭਵਾਂ ਨੂੰ ਸ਼ੇਅਰ ਕਰਦੇ ਹੋਏ ਤੋਂ ਇੱਕ ਸਿੱਖਿਆ ਲੈਂਦੇ ਹੋਏ ਇੱਕ ਸੁਝਾਅ ਦੇ ਰੂਪ 'ਚ ਅਸੀਂ ਸਰਕਾਰ ਨੂੰ ਦੇਈਏ। ਇਹਦਾ ਮੁੱਖ ਰੂਪ 'ਚ ਤਾਂ ਇਹ ਕੰਮ ਹੈ। ਵੈਸੇ ਤਾਂ ਦੇਖਿਆ ਜਾਵੇ, ਜਦੋਂ ਤੁਸੀਂ ਸ਼ੁਰੂਆਤ ਹੀ ਕੀਤੀ ਕਿ ਪੰਜਾਬ ਦੀ ਧਰਤੀ ਹੈ, ਗੁਰੂਆਂ ਦੀ ਧਰਤੀ ਹੈ, ਔਰ ਜਿੱਥੇ ਮਾਨਵ ਕੀ ਜਾਤ ਸਭੇ ਇੱਕ ਪਹਿਚਾਨ ਉਹ ਦੀ ਗੱਲ ਹੁੰਦੀ ਹੈ, ਪਰ ਇਹ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆ ਸਦੀਆਂ ਤੋਂ ਚੱਲਦੀਆਂ ਤਾਂ ਜ਼ਰੂਰ ਆਈਆਂ, ਪਰ ਉਸ ਦਾ ਹੱਲ ਕੀ ਹੈ? ਉਹਦੇ ਲਈ ਅਗਰ ਜੇ ਅਸੀਂ ਸਹੀ ਮਾਇਨੇ 'ਚ ਦੇਖੀਏ ਕਿ ਡਾਕਟਰ ਬਾਬਾ ਸਾਹਿਬ ਅੰਬੇਡਕਰ ਨੇ ਸੰਵਿਧਾਨ 'ਚ ਲਿਖਤੀ ਰੂਪ 'ਚ ਕਰਤਾ, ਕਿਉਂਕਿ ਇਹ ਚੀਜ਼ਾਂ ਸੀ ਜਿਹੜੀਆਂ ਸਾਨੂੰ ਗੁਰੂਆਂ ਨੇ ਦਿੱਤੀਆਂ, ਸਾਡੀ ਮਾਨਸਿਕਤਾ ਨੂੰ ਚੇਂਜ ਕਰਨ ਦੇ ਲਈ ਸੀ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜਿਹੜਾ ਗੁਰੂਆਂ ਦਾ ਸੰਦੇਸ਼ ਆ ਉਹ ਮਾਨਸਿਕਤਾ ਨੂੰ ਚੇਂਜ ਕਰਨਾ, ਔਰ ਜਿੰਨਾ ਚਿਰ ਤੁਹਾਡੀ ਮਾਨਸਿਕਤਾ ਚੇਂਜ ਨਹੀਂ ਹੋ ਸਕਦੀ, ਤੁਸੀਂ ਜੋ ਮਰਜ਼ੀ ਕਰ ਲਓ। ਜੇ ਤੁਹਾਡੀ ਮਨੋ ਜਿਹੜੀ ਆ ਦ੍ਰਿਸ਼ਟੀ ਕੁਛ ਹੋਰ ਕਹਿਣ ਡਈ ਹੈ, ਅਤੇ ਉਹਦਾ ਕੋਈ ਫਾਇਦਾ ਨਹੀਂ। ਕਿਤਾਬ ਐਸੀ ਕੋਈ ਵੀ ਗ੍ਰੰਥ ਜਿਹਨਾਂ ਨੂੰ ਅਸੀਂ ਹੋਲੀ ਗ੍ਰੰਥ ਕਹਿੰਦੇ ਹਾਂ, ਜਦੋਂ ਅਸੀਂ ਉਹਨਾਂ ਦੀ ਉਹਨੂੰ ਘੋਖਦੇ ਹਾਂ ਤਾਂ ਉਹਦੇ 'ਚ ਸਾਰਿਆਂ ਦੀ ਅਸੀਂ ਬਰਾਬਰਤਾ ਦੀ ਗੱਲ ਕਰਦੇ ਹਾਂ, ਪਰ ਹਕੀਕਤ ਦੇ ਵਿੱਚ ਜਦੋਂ ਪੰਜਾਬ ਦੇ ਪੰਜਾਬ ਵਿੱਚ ਇਹੋ ਜਿਹੀਆਂ ਚੀਜ਼ਾਂ ਸੁਰਖੀਆਂ ਚਾਹੁੰਦੀਆਂ ਤਾਂ ਅਫਸੋਸ ਜ਼ਿਆਦਾ ਹੁੰਦਾ ਹੈਗਾ। ਜ਼ਿਆਦਾ ਅਫਸੋਸ ਇਸ ਕਰਕੇ ਹੁੰਦਾ ਕਿ ਅਸੀਂ ਇਹਨੂੰ ਗੁਰੂਆਂ ਪੀਰਾਂ ਦੀ ਧਰਤੀ ਕਹਿੰਦੇ ਹਾਂ,
ਔਰ ਗੁਰੂਆਂ ਪੀਰਾਂ ਦੀ ਧਰਤੀ ਕਹਿੰਦੇ ਆ ਔਰ ਸੰਦੇਸ਼ ਦਿੰਦੇ ਆ ਸਾਂਝੀਵਾਲਤਾ ਦਾ, ਭਾਈਚਾਰਕ ਸਾਂਝ ਦਾ, ਪਰ ਟੁੱਟਦੀ ਜਦੋਂ ਦੇਖਦੀ ਆ ਉਹਦੇ ਜਿਹੜੀ ਹੈ ਪੀੜਾ ਬਹੁਤ ਹੁੰਦੀ ਹੈ। ਇਹ ਜੋ ਪਿਛਲੇ ਹਫਤੇ ਵਿੱਚ ਕੁਝ ਇੱਕ ਬੱਚਿਆਂ ਦੇ ਹੱਥ ਤੋੜੇ ਗਏ, ਮਾਰਿਆ ਗਿਆ ਔਰ 2 ਬੇਟੀਆਂ ਦਾ ਜਿਹੜਾ ਕਤਲ ਹੋਇਆ, ਤੁਸੀਂ ਉਹਨਾਂ ਨੂੰ ਮਿਲ ਕੇ ਵੀ ਆਏ ਹੋ, ਤੇ ਪਰਿਵਾਰ ਦਾ ਕੀ ਕਹਿਣਾ ਰਿਹਾ ਕਿ ਮਤਲਬ ਇਸ ਤਰ੍ਹਾਂ ਦੀ ਵਾਰਦਾਤ ਇੰਨੇ ਵੱਡੇ ਅੰਜਾਮ ਕਿੱਦਾਂ ਹੋ ਗਏ? ਇਹ ਵੀ ਅਨਹੋਣੀ ਕਹਿ ਸਕਦੇ। ਮੈਂ ਫਿਰ ਕਹਾਂਗਾ ਕਿ ਮਾਨਸਿਕਤਾ ਦੇ ਵਿੱਚ ਇੱਕ ਅਹੰਕਾਰ ਵੀ ਹੈ ਕਿ ਅਸੀਂ ਵੱਡੇ ਹਾਂ, ਅਸੀਂ ਛੋਟੇ ਹਾਂ। ਜਿੰਨਾ ਚਿਰ ਉਹ ਗੁਰੂਆਂ ਦਾ ਜਿਹੜਾ ਉਹ, ਮੈਂ ਫਿਰ ਕਹਾਂਗਾ ਕਿ ਜਿੰਨਾ ਚਿਰ ਉਹ ਸਾਡੀ ਮਾਨਸਿਕਤਾ ਠੀਕ ਨਹੀਂ ਹੋਏਗੀ ਉਹਨਾਂ ਚਿਰ ਇਹਦਾ ਕੋਈ ਸਮਾਧਾਨ ਨਹੀਂ ਹੋਏਗਾ। ਪਰ ਸਾਡੀ ਮਾਨਸਿਕਤਾ, ਕਿਉਂਕਿ ਗੁਰੂਆਂ ਨੇ ਔਰ ਜਿੰਨੇ ਵੀ ਸਾਡੇ ਪੀਰ ਪੈਗੰਬਰ ਆਏ ਸਾਰਿਆਂ ਨੇ ਸਾਨੂੰ ਕਰਨ ਦੀ ਕੋਸ਼ਿਸ਼ ਤਾਂ ਕੀਤੀ, ਪਰ ਉਹ ਨਹੀਂ ਹੋਇਆ। ਤਾਂ ਉਹਦਾ ਹੱਲ ਇੱਕ ਡਾਕਟਰ ਅੰਬੇਡਕਰ ਜੀ ਨੇ ਬਹੁਤ ਵਧੀਆ ਕੀਤਾ ਕਿ ਉਹਨਾਂ ਨੇ ਸੰਵਿਧਾਨਿਕ ਦਰਜਾ ਦੇ ਦਿੱਤਾ ਔਰ ਸੰਵਿਧਾਨਿਕ ਅਧਿਕਾਰ ਦੇ ਦਿੱਤਾ। ਔਰ ਉਹਦੇ ਨਾਲ ਜਿਹੜਾ ਆ ਉਸ ਤੋਂ ਬਾਅਦ ਉਹਨਾਂ ਦੇ ਉੱਤੇ ਜਿਹੜੇ ਫਿਰ ਵੀ ਸ਼ੋਸ਼ਣ ਨਹੀਂ ਰੁਕਿਆ ਤਾਂ ਫਿਰ ਐਕਟ ਬਣਾਇਆ, ਫਿਰ ਵੀ ਸ਼ੋਸ਼ਣ ਨਹੀਂ ਰੁਕਿਆ ਤਾਂ ਫਿਰ ਕਮਿਸ਼ਨ ਬਣਾਇਆ। ਔਰ ਕੋਸ਼ਿਸ਼ ਇਹ ਹੋਣੀ ਚਾਹੀਦੀ ਕਿ ਇਹਨਾਂ ਚੀਜ਼ਾਂ ਦੀ ਲੋੜ ਨਾ ਪਵੇ, ਪਰ ਇਹ ਉਦੋਂ ਲੋੜ ਪੈਂਦੀ ਹੈ ਜਦੋਂ ਸਾਡੀ ਮਾਨਸਿਕਤਾ ਜਿਸ ਪੱਖ ਨੂੰ ਹੋਣੀ ਚਾਹੀਦੀ ਸੀ ਉਹ ਨਾ ਜਾਵੇ, ਤਾਂ ਫਿਰ ਇਹਨਾਂ ਦੀ ਲੋੜ ਪੈਂਦੀ ਹੈ। ਤੇ ਤੁਸੀਂ ਪੰਜਾਬ ਦੇ, ਮੈਂ ਸਿਰਫ ਤੁਸੀਂ ਪੰਜਾਬ ਦੇ ਹੋ, ਤੁਸੀਂ ਇੱਥੇ ਹੀ ਜੰਮੇ ਪਲੇ, ਤੁਸੀਂ ਇਹੋ ਜਿਹੀਆਂ ਵਾਰਤਾਂ ਪਹਿਲਾਂ ਵੀ ਵੇਖੀਆਂ ਹੈਗੀਆਂ ਨੇ? ਇਹ ਸੰਦੇਹ ਕਿ ਮੈਂ ਤਾਂ ਬਚਪਨ ਤੋਂ ਦੇਖਦਾ ਰਿਹਾ, ਬਹੁਤ ਸਾਰੀਆਂ ਚੀਜ਼ਾਂ ਮੈਂ ਹੰਡਾਈਆਂ ਵੀ ਹੈ। ਕਿ ਮੈਂ ਜਦੋਂ ਸਕੂਲੇ ਪੜ੍ਹਦਾ ਸੀ ਕਿਸੇ ਦੇ ਘਰ ਦੇ ਵਿੱਚ ਚਲਾ ਗਿਆ ਸੀ ਤਾਂ ਉਹਨਾਂ ਨੇ ਮੈਨੂੰ ਇਸ ਕਰਕੇ ਦਰਕਾਤਾ ਤੂੰ ਸਾਡੇ ਚੌਂਤੇ 'ਤੇ ਕਿੱਦਾਂ ਆ ਗਿਆ। ਸੋ ਇਹ ਚੀਜ਼ਾਂ ਤਾਂ ਮੈਂ ਬਚਪਨ ਤੋਂ ਖੁਦ ਆਪਣੇ ਜੀਵਨ 'ਤੇ ਹੰਡਾਈਆਂ, ਔਰ ਮੈਂ ਉਸ ਵੇਲੇ ਹੰਡਾਈਆਂ ਜਦੋਂ ਅਸੀਂ ਆਪਣੇ ਇਸ ਏਰੀਏ ਨੂੰ ਆਧੁਨਿਕ ਬਾਕੀ ਦੇਸ਼ ਨਾਲੋਂ ਵੱਖ ਕਰਕੇ ਵੀ ਦੇਖਦੇ ਸੀ ਕਿ ਨਹੀਂ ਪੰਜਾਬ ਦੇ ਵਿੱਚ ਐਸੀਆਂ ਚੀਜ਼ਾਂ ਨਹੀਂ। ਇਹ ਉਦੋਂ ਮੈਂ ਦੇਖੀਆਂ। ਅਤੇ ਅੱਜ ਤਾਂ ਸਾਨੂੰ, ਕਿਉਂਕਿ ਹੁਣ ਮੀਡੀਆ ਦੇ ਕਰਕੇ ਸਾਡੇ ਮੂਹਰੇ ਬਹੁਤ ਆਉਣ ਲੱਗ ਪਈਆਂ। ਹੁਣ ਜਿਸ ਤਰੀਕੇ ਜਿਹਦੀ ਤੁਸੀਂ ਮੋਗੇ ਦੀ 2 ਕੁੜੀਆਂ ਦੀ ਗੱਲ ਕੀਤੀ ਹੈ, ਕੱਲ੍ਹ ਹੀ ਮੈਂ ਹੁਸ਼ਿਆਰਪੁਰ ਗਿਆ, ਇੱਕ ਪਰਿਵਾਰ 'ਚ ਜਿਹੜੀ ਨਾਬਾਲਿਗ ਬੱਚੀ ਦੇ ਨਾਲ ਜਿਹੜੀ ਉਹਦਾ ਬਲਾਤਕਾਰ ਕੀਤਾ ਗਿਆ, ਉਹਨੇ ਸੁਸਾਈਡ ਕਰ ਲਿਆ ਔਰ ਉਹਦੀ ਡੈਥ ਹੋ ਗਈ। ਉੱਥੇ ਵੀ ਜਾ ਕੇ ਆ। ਹੁਣ ਮੈਨੂੰ ਜਦੋਂ ਮੈਂ ਆ ਰਿਹਾ ਸੀ, ਮੈਨੂੰ ਲੋਕਾਂ ਦੇ ਫੋਨ ਆ ਰਿਹਾ, ਕੋਈ ਬਰਨਾਲੇ ਦੀ ਕੇਸ ਦੱਸ ਰਿਹਾ, ਉੱਥੇ ਲੜਕੀ ਨਾਲ ਗੈਂਗ ਰੇਪ ਹੋ ਗਿਆ। 12 ਸਾਲ ਦੀ ਕੁੜੀ ਹੈ ਲੁਧਿਆਣੇ ਦੇ ਵਿੱਚ, ਉਹਦਾ ਜਿਹੜਾ ਆ ਰੇਪ ਕਰਤਾ। ਮੋਗਾ ਦੀਆਂ ਕੁੜੀਆਂ ਦੀ ਖਾਸ ਕਰ ਗੱਲ ਕਰਨਾ ਚਾਹੁੰਦੀ ਹਾਂ ਕਿ ਉਹਨਾਂ ਦੇ ਜਾਣ ਤੋਂ ਬਾਅਦ, ਇੰਨੀ ਦਰਦਨਾਕ ਮੌਤ ਤੋਂ ਬਾਅਦ ਉਹਨਾਂ ਦੇ ਚਰਿੱਤਰ 'ਤੇ ਜੋ ਇਲਜ਼ਾਮ ਲਾਏ ਗਏ, ਉਹਦੇ ਬਾਰੇ ਵੀ ਕੁਝ ਤੁਸੀਂ? ਬਿਲਕੁਲ, ਮੈਂ ਉਹਦੇ 'ਤੇ ਵੀ ਅਸੀਂ ਐਕਸ਼ਨ ਲੈਣ ਦੀ ਵੀ ਗੱਲ ਕੀਤੀ। ਉਸ ਦਿਨ ਅਧਿਕਾਰੀਆਂ ਨਾਲ ਵੀ ਗੱਲ ਕੀਤੀ ਕਿ ਉਹਨਾਂ ਦੇ ਉੱਤੇ ਵੀ, ਉਹਨਾਂ ਨੂੰ ਵੀ ਹਦਾਇਤ ਦੇਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਔਰ ਜੇ ਉਹ ਅਗਰ ਐਸੇ ਬਹੁਤ ਸਾਰੇ ਛੋਟੇ ਅੱਜ ਕੱਲ੍ਹ ਮੀਡੀਆ ਦੇ ਵਿੱਚ ਤੁਹਾਨੂੰ ਵੀ ਦੇਖਦੇ ਹਾਂ ਕਿ ਹਰ ਇੱਕ ਕੋਲ ਜਿਹਦੇ ਕੋਲ ਮੋਬਾਈਲ ਆ ਉਹ ਮੀਡੀਆ ਹੈ, ਅਤੇ ਉਹਦੇ ਕਰਕੇ ਵੀ ਬਹੁਤ ਸਾਰੀ ਸਮੱਸਿਆਵਾਂ ਆਈਆਂ। ਇੱਕ ਤਾਂ ਉਹਨਾਂ ਦਾ ਮਰਡਰ ਹੋ ਗਿਆ, ਉਲਟਾ ਉਹਨੂੰ ਬਜਾਏ ਕਿ ਦੋਸ਼ੀਆਂ ਨੂੰ ਜਿਹੜੀ ਪੰਜਾਬੀ ਆਪਾਂ ਕਹਿ ਦਈਏ ਕਿ ਉਹਨਾਂ ਨੂੰ ਲਾਹਨਤ ਪਾਉਣੀ ਚਾਹੀਦੀ ਸੀ, ਪਰ ਅਸੀਂ ਉਹਨਾਂ ਦੀ ਵਕਾਲਤ ਕਰਨ ਤੁਰ ਪਏ। ਉਹ ਇੱਕ ਜਿਹੜੀ ਕਿਤੇ ਲੱਗਦਾ ਕਿ ਸ਼ਾਇਦ ਸਾਡੀ ਜਿਹੜੀ ਸੰਸਕ੍ਰਿਤੀ ਹੈ, ਜਿਹੜੇ ਸਾਡੇ ਸੱਭਿਆਚਾਰ ਹੈ, ਉਹਦੇ ਵਿੱਚ ਕਿਤੇ ਬਹੁਤ ਵੱਡੀ ਗਿਰਾਵਟ ਆ ਰਹੀ ਹੈ। ਨਹੀਂ ਤਾਂ ਬੇਟੀ ਤਾਂ ਅਸੀਂ ਪਿੰਡ ਦੀ ਬੇਟੀ ਨੂੰ ਤਾਂ ਉਹ ਕਿਸੇ ਬਰਾਦਰੀ ਦੀ ਹੋਵੇ, ਕਿਸੇ ਧਰਮ ਦੀ ਹੋਵੇ, ਕਿਸੇ ਦੀ ਵੀ ਹੋਵੇ, ਅਸੀਂ ਜਦੋਂ ਕਿਤੇ ਮਿਲਣ ਵੀ ਜਾਂਦੇ ਸੀ ਉਹਦੇ ਸਹੁਰਿਆਂ 'ਚ, ਅਤੇ ਉਹਨਾਂ ਨੂੰ ਇੱਕ ਬੇਟੀ ਦੇ ਰੂਪ 'ਚ ਮਾਨਤਾ ਦੇ ਕੇ ਉਹਦੇ ਸਹੁਰਿਆਂ 'ਚ ਆਉਂਦੇ ਸੀ ਤਾਂ ਕਿ ਉਹ ਵੀ ਮਾਣ ਨਾ ਕਹਿ ਸਕੇ ਮੇਰੇ ਪਿੰਡੋਂ ਕੋਈ ਆਇਆ। ਸੋ ਅੱਜ ਇੱਥੇ ਪਿੰਡ ਦੇ ਲੋਕ ਹੀ ਗੁਆਂਢੀ ਇਸ ਤਰੀਕੇ ਨਾਲ ਹੋਣ ਲੱਗ ਪਏ। ਬੜਾ ਜਿਹੜੀ ਸੱਭਿਆਚਾਰਕ ਦੇ ਤੌਰ 'ਤੇ ਅਸੀਂ ਕਹੀਏ ਸਾਡੀ ਭਾਈਚਾਰਕ ਸਾਂਝ ਦੇ ਵਿੱਚ ਬਹੁਤ ਵੱਡੀ ਗਿਰਾਵਟ ਆਈ ਹੈ। ਔਰ ਇਸ ਗਿਰਾਵਟ ਨੂੰ ਆਉਣ ਦੇ ਕਾਰਨ ਕਈ ਨੇ, ਸਾਡਾ ਉਹਦੇ 'ਚ ਕਈ ਮਾਹੌਲ ਹੋ ਸਕਦੇ ਨੇ, ਔਰ ਜਿਹਦੇ ਵਿੱਚ ਹਾਲੇ ਵੀ ਸਾਨੂੰ ਉਹਦੇ 'ਚ ਸੁਧਾਰ ਕਰਨ ਦੀ ਲੋੜ ਹੈ। ਔਰ ਸਮੇਂ ਦੀਆਂ ਸਰਕਾਰਾਂ ਨੂੰ ਉਹਦੇ 'ਤੇ ਜਿਹੜਾ ਆ ਸਟੈਪ ਚੱਕਣੇ ਵੀ ਚਾਹੀਦੇ। ਪਰ ਜਦੋਂ ਕਿਤੇ ਅਸੀਂ ਦੇਖਦੇ ਹਾਂ ਕਿ ਸਾਡੇ ਮੁਖੀ ਹੀ ਕੀ ਕਰ ਰਹੇ ਨੇ, ਫਿਰ ਬਾਕੀ ਵੀ ਕਿਤੇ ਨਾ ਕਿਤੇ ਗਿਰਾਵਟ ਆਉਣਾ, ਕਿਉਂਕਿ ਸਾਡੇ ਆਈਡੀਅਲ ਜਿਹੜੇ ਆ, ਸਾਡੇ ਜਿਹੜੇ ਮੁਖੀ ਹੁੰਦੇ ਨੇ, ਅਤੇ ਜਦੋਂ ਮੁਖੀਆਂ ਦਾ ਵੀ ਅਸੀਂ ਦੇਖਦੇ ਹਾਂ ਕਿ ਉਹਨਾਂ ਦਾ ਕਿਸ ਪਾਸੇ ਨੂੰ ਤੁਰ ਰਹੇ ਨੇ, ਤਾਂ ਫਿਰ ਉਹ। ਤੁਸੀਂ ਕਿਹੜੇ ਮੁਖੀ 'ਤੇ ਇਸ਼ਾਰਾ ਕਰ ਰਹੇ ਸੀ? ਤੁਸੀਂ ਮੇਰਾ ਖਿਆਲ ਮੇਰੀ ਗੱਲ ਨੂੰ ਸਮਝ ਰਹੇ ਹੋ। ਮੈਂ ਉਸ ਨੂੰ ਰਾਜਨੀਤਿਕ ਪੱਖੋਂ ਵੱਲ ਨਹੀਂ ਲਿਜਾ ਰਿਹਾ, ਮੈਂ ਇੱਕ ਸੱਭਿਆਚਾਰਕ ਗਿਰਾਵਟ ਦੇ ਵੱਲ ਨੂੰ ਕਰ ਰਿਹਾ। ਔਰ ਮੁਖੀਆਂ ਦੇ ਰੂਪ 'ਚ ਤੁਸੀਂ ਮੇਰਾ ਖਿਆਲ ਮੇਰੀ ਭਾਵਨਾ ਨੂੰ ਸਮਝਦੇ ਹੋ ਕਿ ਜਦੋਂ ਉਹ ਦੇਖਦੇ ਨੇ ਅਤੇ ਬਾਕੀਆਂ 'ਤੇ ਕੀ ਅਸਰ ਪਏਗਾ। ਕਿ ਅਸੀਂ ਇਹ ਵੀ ਕਹਿੰਦੇ ਹਾਂ ਕਿ ਕਦੇ ਉਹ ਨਹੀਂ, ਉਹਨੂੰ ਤਾਂ ਕਹਿੰਦਾ ਨਹੀਂ ਕੋਈ, ਮੈਨੂੰ ਕਿਉਂ ਕਹਿੰਦੇ ਆ। ਅਤੇ ਇਹ ਚੀਜ਼ਾਂ ਜਦੋਂ ਆਉਂਦੀਆਂ ਤਾਂ ਫਿਰ ਉਹ ਸਮਾਜਿਕ ਗਿਰਾਵਟ ਵੱਲ ਨੂੰ ਬੜਾਵਾ ਮਿਲਦਾ ਹੈ। ਸਰ,
ਜੇ ਅਸੀਂ ਗੱਲ ਕਰੀਏ ਨਾ ਸਿਰਫ ਪੰਜਾਬ ਦੀ, ਪੂਰੇ ਦੇਸ਼ ਦੀ, ਜੇ ਅਸੀਂ ਦੇਖੀਏ ਜੋ ਦਲਿਤ ਵਿਰੁੱਧ ਕ੍ਰਾਈਮ ਹੋ ਰਹੀ ਹੈਗੀ ਉਹ ਪੂਰੇ ਦੇਸ਼ ਵਿੱਚ ਹੈਗੀ ਹੈ। ਮੈਂ ਤੁਹਾਡੀ ਇੱਕ ਇੰਟਰਵਿਊ ਪੜ੍ਹ ਰਹੀ ਸੀ, ਤੁਸੀਂ ਇੱਕ ਬੇਟੀ ਬਾਰੇ ਸ਼ੇਅਰ ਕਰ ਰਹੇ ਸੀ ਜੋ ਪੁਲਿਸ ਵਿੱਚ ਕੰਮ ਕਰ ਚੁੱਕੀ ਹੈ, ਪਰ ਜਦ ਵਿਆਹ ਕਰਨਾ ਸੀ ਤਾਂ ਉਹਨੇ ਪ੍ਰੋਟੈਕਸ਼ਨ ਮੰਗੀ ਕਿ ਮੇਰਾ ਘਰ ਵਾਲਾ ਘੋੜੀ ਤੇ ਨਾ ਬੈਠੇ ਜੀ। ਸੋ ਇਹ ਮਾਨਸਿਕਤਾ, ਔਰ ਜਦ ਅਸੀਂ ਹਾਲ ਵਿੱਚ ਉੱਤਰਾਖੰਡ ਦੇ ਨਵੇਂ ਸੀਐਮ ਨੂੰ ਦੇਖਿਆ ਕਿ ਕੁੜੀਆਂ ਦੇ ਪਹਿਰਾਵੇ ਤੇ ਕਿ ਵੀ ਇਹ ਤਾਂ ਕੁੜੀ ਇਹੋ ਜਿਹੇ ਪਹਿਰਾਵੇ ਪਾ ਕੇ ਬਾਹਰ ਕਿਉਂ ਘੁੰਮ ਰਹੀ ਹੈਗੀ, ਸੋ ਇਹੋ ਜਿਹੀ ਜਿਹੜੀ ਮਾਨਸਿਕਤਾ ਹੈ, ਸੋ ਇੱਕ ਤਾਂ ਔਰਤ ਹੋਣਾ ਇੱਕ ਵੱਡਾ ਬੋਝ ਹੈ, ਉੱਤੋਂ ਦਲਿਤ ਔਰਤ ਹੋਣਾ ਹੋਰ ਵੀ ਵੱਡਾ ਬੋਝ ਹੈ। ਸੋ ਜਦ ਔਰਤਾਂ ਪ੍ਰਤੀ ਇਹੋ ਜਿਹਾ ਰਵੱਈਆ ਹੈ, ਫਿਰ ਉਸ ਤੋਂ ਬਾਅਦ ਇੱਕ ਹੋਰ ਪਾਰ ਜਿਹੜਾ ਅਸੀਂ ਸਮਾਜ ਨੇ, ਧਰਮ ਨੇ, ਜਾਤ ਦਾ ਪਾਤਾ ਹੈ, ਸੋ ਇਹ ਤੁਸੀਂ ਸੁਧਾਰ ਕਿਸ ਤਰ੍ਹਾਂ ਲਿਆ ਸਕਦੇ ਹੋ? ਦੇਖੋ, ਮੈਂ ਫਿਰ ਕਹਾਂਗਾ ਕਿ ਜਿੰਨਾ ਚਿਰ ਅਸੀਂ ਗੱਲਾਂ ਤਾਂ ਕਰਾਂਗੇ ਗੁਰੂਆਂ ਦੀਆਂ, ਪੀਰਾਂ ਦੀਆਂ, ਇਹ ਸਾਰੀਆਂ ਗੱਲਾਂ ਕਰਾਂਗੇ, ਪਰ ਮਾਨਸਿਕਤਾ ਨੂੰ ਤਬਦੀਲ ਨਹੀਂ ਹੈ। ਇਹਦਾ ਇੱਕੋ ਹੀ ਹੱਲ ਹੈ, ਉਹ ਹੈ ਸਾਡਾ ਜਿਹੜੀ ਮਾਨਸਿਕਤਾ ਨੂੰ ਤਬਦੀਲ ਕਰ। ਔਰ ਐਕਸ਼ਨ ਪਲਾਨ ਕੀ, ਉਹਦਾ ਐਕਸ਼ਨ ਪਲਾਨ ਮਾਨਸਿਕਤਾ ਇਹ ਕਿਆ, ਤੁਹਾਡੀ ਜਿਹੜੀ ਅੱਜ ਸਿੱਖਿਆ ਆ, ਤੁਸੀਂ ਪੜ੍ਹੇ ਹੋਗੇ, ਕਿਤੇ ਭਾਈ ਭਰਾ, ਦੋ ਭਰਾ ਕਿੱਦਾਂ ਮਿਲ ਕੇ ਰਹਿਣ, ਕਿਤੇ ਸਾਡਾ ਸਿਲੇਬਸ ਹੀ ਨਹੀਂਗਾ। ਇੱਕ ਭੈਣ ਭਰਾ ਦਾ ਰਿਸ਼ਤਾ ਕਿੱਦਾਂ ਮਜ਼ਬੂਤ ਹੋਵੇ, ਤੁਹਾਡਾ ਸਿਲੇਬਸ ਹੀ ਨਹੀਂ ਹੈ। ਇੱਕ ਮਾਂ ਬਾਪ ਦੇ ਪ੍ਰਤੀ ਬੱਚਿਆਂ ਦਾ ਕੀ ਹੈ ਰੋਲ ਹੋਣਾ ਚਾਹੀਦਾ, ਉਹਦੇ 'ਤੇ ਤੁਹਾਡੇ ਇੱਕ ਵੀ ਲਾਈਨ ਕਿਤੇ ਸਿਲੇਬਸ ਦੇ ਵਿੱਚ ਕਿਸੇ ਸਕੂਲ, ਕਾਲਜ, ਯੂਨੀਵਰਸਿਟੀ 'ਚ ਪੜ੍ਹਾਈ ਜਾਂਦੀ ਹੋਵੇ ਤਾਂ ਉਹ ਨਹੀਂ ਹੈ। ਪਤੀ ਪਤਨੀ ਦਾ ਰਿਸ਼ਤਾ ਅਸੀਂ ਕੱਚੇ ਧਾਗੇ ਦਾ ਮਜ਼ਬੂਤ ਰਿਸ਼ਤਾ ਦੇਖਦੇ ਹਾਂ, ਉਹਦੇ 'ਚ ਕਿਤੇ ਸਿਲੇਬਸ 'ਚ ਇੱਕ ਲਾਈਨ ਨਹੀਂ ਲਿਖੀ ਹੋਈ। ਜਦੋਂ ਇਹਨਾਂ ਚੀਜ਼ਾਂ ਸਾਡੀ ਸਿੱਖਿਆ ਦੀਕਸ਼ਾ ਕਿਤੇ ਇਹਨਾਂ ਚੀਜ਼ਾਂ ਤੋਂ ਦੂਰ ਸਾਨੂੰ ਰਹਿ ਜਾਏਗੀ, ਤੇ ਫਿਰ ਸਾਡੀ ਸਿੱਖਿਆ ਕਿੱਥੇ ਆ? ਕਿ ਅਸੀਂ ਸਿੱਖਿਆ ਤਾਂ ਹੈਗੀ ਆ 2 ਦੂਣੀ 4 ਹੁੰਦੇ ਆ, 2 ਜਮਾ 2 4 ਹੁੰਦੇ ਆ, ਪਰ ਆਪਾਂ ਪੜ੍ਹਾਉਣਾ ਕੀ ਚਾਹੁੰਦੇ ਆ? ਆਪਾਂ ਕਹਿੰਦੇ ਕਿ ਕਿਸੇ ਨਾ ਕਿਸੇ ਤਰੀਕੇ ਨਾਲ 2 ਜਮਾ 2 = 6 ਹੋ ਜਾਣ, 6 ਹੋ ਜਾਣ। ਉਹ ਸਾਡੀ ਆਪਣਾ ਪੈਸਾ ਭਾਵ ਕੀ ਆ ਕਿ ਪੈਸਾ ਕਿੱਦਾਂ ਕਮਾਉਣਾ ਹੈ। ਭਾਵ ਜਦੋਂ ਪੈਸਾ ਇਕੱਲਾ ਆਏਗਾ ਫਿਰ ਤੁਹਾਡਾ ਸਵਾਰਥ ਆਏਗਾ, ਸਵਾਰਥ ਆਏਗਾ ਤੇ ਤੁਹਾਡੇ 'ਚ ਸੰਸਕਾਰ ਨਾਂ ਦੀ ਚੀਜ਼ ਨਹੀਂ ਹੋਏ, ਫਿਰ ਤੁਸੀਂ ਕਿਹੜੀ ਚੀਜ਼ਾਂ ਦੀਆਂ ਗੱਲਾਂ ਕਰਨਗੇ। ਸੋ ਇਹ ਮੇਰਾ ਜਿਹੜਾ ਇੱਕ ਭਾਵ ਤੁਸੀਂ ਕਹਿ ਗਏ, ਇਹਦਾ ਕਾਰਨ ਕੀ ਹੈ? ਮੈਂ ਇੱਕ ਕਾਰਨ ਹੈ, ਇਹ ਸਾਰਾ ਕਾਰਨ ਨਹੀਂ ਹੈ, ਇਹ ਵੀ ਇੱਕ ਕਾਰਨ ਆ ਕਿ ਸਾਡੇ 'ਚ ਕਿਤੇ ਭਾਈਚਾਰਕ ਸਾਂਝ ਹੈ ਹੀ ਨਹੀਂ। ਮਾਂ ਬਾਪ ਦੇ ਪ੍ਰਤੀ ਸਾਡਾ ਕੋਈ ਪਿਆਰ ਨਹੀਂ, ਭੈਣ ਭਰਾ ਦੇ ਪ੍ਰਤੀ ਪਿਆਰ ਨਹੀਂ। ਕੋਰਟ 'ਚ ਜਾ ਕੇ ਦੇਖ ਲਓ, ਕਿਉਂਕਿ ਉਹਨਾਂ ਨੇ ਪੜ੍ਹਿਆ ਹੀ ਨਹੀਂ ਇਹ ਚੀਜ਼ਾਂ। ਜਿਨ੍ਹਾਂ ਨੇ ਪੜ੍ਹਿਆ ਨਹੀਂ ਉਹਨਾਂ ਨੂੰ ਸਮਝ ਨਹੀਂ, ਤਾਂ ਪੜ੍ਹਾਉਣਾ ਪਹਿਲਾਂ। ਇਹ ਤਾਂ ਸਾਡੇ ਬਚਪਨ ਤੋਂ ਸਿੱਖਿਆ ਦੀਕਸ਼ਾ। ਜੇ ਅਸੀਂ ਇਤਿਹਾਸ ਵੀ ਵੇਖ ਲਈਏ, ਇਹ ਤਾਂ ਹਮੇਸ਼ਾ ਚੱਲਦਾ ਸੀ। ਅੱਜ ਜਿਵੇਂ ਕਹਿੰਦੇ ਸੋਸ਼ਲ ਮੀਡੀਆ ਵਿੱਚ ਕ੍ਰਾਈਮ ਨਜ਼ਰ ਆ ਰਹੀ, ਇਹ ਚੀਜ਼ਾਂ ਵੀ ਕਰਕੇ ਬਾਹਰ ਅੱਜ ਮੀਡੀਆ ਹੈਗਾ, ਅੱਜ ਆਬਾਦੀ ਵੱਧ ਗਈ ਤਾਂ ਸੰਖਿਆ ਵੱਧ ਗਈ, ਬਟ ਅਸੀਂ ਇਹ ਤਾਂ ਨਹੀਂ ਕਹਿ ਸਕਦੇ ਕਿ ਭਾਰਤ ਵਿੱਚ ਸੱਭਿਆਚਾਰ ਨਹੀਂ। ਅੱਜ ਵੀ ਬੱਚੇ ਆਪਣੇ ਮਾਂ ਬਾਪ ਲਈ ਬੜੀਆਂ ਕੁਰਬਾਨੀਆਂ ਕਰਦੇ ਨੇ, ਬਹੁਤ ਕੁਰਬਾਨੀਆਂ ਕਰਦੇ ਨੇ। ਪਰ ਅਖਬਾਰ ਚੱਕ ਕੇ ਦੇਖੋ ਤੇ ਸਵੇਰੇ ਕਲਯੁਗੀ ਬਾਪ, ਕਲਯੁਗੀ ਮਾਂ ਦੀਆਂ ਖਬਰਾਂ ਵੀ ਛਪੀਆਂ ਹੁੰਦੀਆਂ, ਕਲਯੁਗੀ ਬੇਟੇ ਦੀ ਵੀ ਖਬਰ ਛਪੀ ਹੁੰਦੀ ਹੈ, ਕਲਯੁਗੀ ਧੀ ਦੀ ਵੀ ਖਬਰ ਛਪੀ ਹੁੰਦੀ ਹੈ। ਮੈਂ ਜਿਹੜੀ ਕਹਿਣਾ ਕੀ ਚਾਹਾਂਗਾ, ਇਹ ਤਾਂ ਪਹਿਲਾਂ ਵੀ ਬਾਹਰ ਆ ਗਿਆ, ਅੱਜ ਬਾਹਰ ਆ ਗਿਆ। ਸਾਡੇ ਸੰਸਕਾਰਾਂ 'ਚ ਉਹਦੇ ਕਰਕੇ ਗਿਰਾਵਟ ਹੋਰ ਜ਼ਿਆਦਾ ਆਈ। ਔਰ ਮੈਂ ਇੱਕ ਹੋਰ ਕਹਾਂਗਾ ਕਿ ਇੱਕ ਸੜਕ ਦੇ ਉੱਤੋਂ ਹਜ਼ਾਰਾਂ ਗੱਡੀਆਂ, ਲੱਖਾਂ ਗੱਡੀਆਂ ਰੋਜ਼ਾਨਾ ਨਿਕਲਦੀਆਂ, ਤੁਹਾਡਾ ਕਦੀ ਧਿਆਨ ਨਹੀਂ ਗਿਆ। ਜੇ ਡੇਲੀ ਇੱਕ ਐਕਸੀਡੈਂਟ ਉਸ ਕਿਸੇ ਚੌਂਕ ਦੇ ਉੱਤੇ ਆ ਜਾਵੇ ਤੇ ਉਸ ਚੌਂਕ ਨੂੰ ਖੂਨੀ ਚੌਂਕ ਕਹਿੰਦੇ ਆ। ਉਹ ਗੱਡੀਆਂ ਤਾਂ ਲੱਖਾਂ ਲੰਘ ਗਈਆਂ, ਪਰ ਧਿਆਨ ਕਿੱਥੇ ਗਿਆ? ਇੱਕ ਕਮੀ ਵੱਲ। ਸੋ ਸਾਡਾ ਧਿਆਨ ਇੱਕ ਕਮੀ ਦੇ ਉੱਤੇ ਆ, ਨਾ ਕਿ ਵੀ ਪਹਿਲਾਂ ਕੀ ਹੁੰਦਾ ਸੀ, ਚੰਗਾ ਕੌਣ ਹੈ। ਮੈਂ ਉਹ ਨਹੀਂ ਕਹਿ ਰਿਹਾ। ਸਾਡੀ ਗਿਰਾਵਟ ਕਿੱਥੇ ਆਈ, ਚਰਚਾ ਮੈਂ ਉੱਥੇ ਕਰ ਰਿਹਾ। ਸਰ, ਜਿਹੜਾ ਤੁਸੀਂ ਇੱਕ ਰਸਤਾ ਦੱਸ ਰਹੇ ਹੋ ਕਿ ਅਸੀਂ ਆਪਣੀ ਸਿੱਖਿਆ ਵਿੱਚ ਸੁਧਾਰ ਲਿਆਉਣਾ ਚਾਹਤੇ, ਇਸ ਨੂੰ ਖਾਲ ਵਿੱਚ ਮੈਂ ਉਹਦੀ ਐਗਜ਼ਾਮਪਲ ਵੀ ਦਿਆਂਗਾ। ਤੁਹਾਨੂੰ ਸ਼ਾਇਦ ਯਾਦ ਹੋਵੇਗਾ, ਪਤਾ ਨਹੀਂ ਤੁਹਾਡੀ ਕਿ ਉਮਰ ਦੇ ਹਿਸਾਬ ਨਾਲ ਮੈਨੂੰ ਨਹੀਂ ਪਤਾ, ਕਿ ਇੱਕ ਵਾਰ ਫੈਮਿਲੀ ਪਲੈਨਿੰਗ ਜਿਹੜਾ ਆ ਬਹੁਤ ਜ਼ੋਰਾਂ ਸ਼ੋਰਾਂ ਨਾਲ ਚੱਲਿਆ, ਜ਼ਬਰਦਸਤੀ ਵੀ ਚੱਲਿਆ। ਤੁਸੀਂ ਇਸ ਚੀਜ਼ ਨੂੰ ਦੇਖਿਆ ਵੀ, ਸੁਣਿਆ ਵੀ, ਪੜ੍ਹਿਆ ਵੀ ਹੋਏਗਾ ਕਿ ਇੰਨਾ ਕੁ ਹੋਇਆ ਕਿ ਜਿਹੜਾ ਵੀ ਕੋਈ ਸੜਕ ਜਾਂਦਾ, ਤੁਰਿਆ ਜਾਂਦਾ ਸੀ, ਉਹਦਾ ਵੀ ਜਾ ਕੇ ਆਪਰੇਸ਼ਨ ਕਰ ਦਿੱਤਾ ਜਾਂਦਾ ਸੀ। ਉਹ ਮੈਰਿਡ ਸੀ, ਨਹੀਂ ਮੈਰਿਡ ਸੀ, ਕੀ ਸੀ ਉਹਦੀ ਸਿਚੁਏਸ਼ਨ, ਉਹਦੇ ਕੋਈ ਪਤਾ ਨਹੀਂ, ਬਸ ਫਟਾਫਟ ਹੋਇਆ। ਕਾਰਨ ਕੀ ਸੀ? ਕਾਰਨ ਇਹ ਸੀ ਕਿ ਦੇਸ਼ ਦੀ ਆਬਾਦੀ ਬਹੁਤ ਵੱਧ ਗਈ ਆ, ਇਹਨੂੰ ਘਟਾਉਣਾ ਚਾਹੀਦਾ। ਘਟਾਉਣ ਦਾ ਇੱਕ ਤਰੀਕਾ ਸੀ ਵੀ ਉਹਦਾ ਜਿਹੜਾ ਪਰਿਵਾਰ ਨਿਯੋਜਨ ਨੂੰ ਕਰਨ ਦੇ ਲਈ ਇੱਕ ਜਿਹੜਾ ਆਪਰੇਸ਼ਨ ਕਰਨੇ ਜਿਹੜੇ ਆ, ਉਹ ਨਸਬੰਦੀ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਨਸਬੰਦੀ ਕਰਨੀ ਬਹੁਤ ਜ਼ਰੂਰੀ ਸੀ। ਪਰ ਉਹ ਜ਼ਬਰਦਸਤੀ ਕੀਤੀ, ਲੋਕਾਂ ਨੇ ਉਹਦਾ ਆਕਰੋਸ਼ ਕੀਤਾ ਤੇ ਨਤੀਜਾ ਕੀ ਆਇਆ? ਜਦੋਂ ਵੋਟਾਂ ਪਈਆਂ ਤਾਂ ਉਹ ਪਾਰਟੀ ਸਵਿਪ ਕਰ ਗਈ, ਕਿਉਂਕਿ ਸਾਰਿਆਂ ਨੂੰ ਇਹ ਲੱਗਾ ਕਿ ਇਹ ਤਾਂ ਸਾਡੀ ਧੌਂਸ ਜਮਾ ਰਿਹਾ। ਪਰ ਉਸੇ ਚੀਜ਼ ਨੂੰ ਜਦੋਂ ਤੁਸੀਂ ਮਾਨਸਿਕ ਰੂਪ 'ਚ ਚੇਂਜ ਕਰਨ ਦੀ ਕੋਸ਼ਿਸ਼ ਕੀਤੀ, ਥਾਂ ਥਾਂ 'ਤੇ ਬੋਰਡ ਲੱਗੇ,
दो ही बच्चे होते हैं अच्छे, दो ही काफ़ी, और से माफ़ी, छोटा परिवार, सुखी परिवार, इस तरह के असीं लाने शुरू करते। लोगों की मानसिकता चेंज हो गई। अज किसी को कहो कि 3 बच्चे हो जाए तो कई बार सोचता यार जो आबादी का हाल है लगता नहीं। वो मैनू फिर कहता है कि भी तुहानू जिहड़ा अज की डेट 'च बहुत कुछ फर्क पिया। जे मैं कहा कि अज की डेट दे विच इस चीज़ का बहुत प्रभाव है। परिवार नियोजन नूं अज तुहानू जबरदस्ती करन दी लोड़ नहीं पै रही जिस तरीके नाल उस वेले सी। पर जिस तरीके नाल आबादी है उस हिसाब नाल उहदी वधनी भी है, इहदे 'च कोई शक नहीं है। पर फर्क अगे नाल बहुत पिया। फर्क कदों पिया? ਜਦੋਂ ਉਹਨਾਂ ਦੀ ਮਾਨਸਿਕਤਾ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋ ਮੇਰਾ ਕਹਿਣ ਦਾ ਭਾਵ ਇਹ ਹੈ ਕਿ ਕਿਸੇ ਵੀ ਚੀਜ਼ ਦਾ ਨਤੀਜਾ ਜਿਹੜਾ ਆ ਉਹਦਾ ਹੱਲ ਮਾਨਸਿਕ ਰੂਪ 'ਚ ਤਿਆਰ ਕਰਨ ਦੇ ਲਈ ਹੁੰਦਾ। ਔਰ ਜੇ ਅਸੀਂ ਸਮਾਜਿਕ ਸਮਰਸਤਾ ਦੇ ਔਰ ਗੁਰੂਆਂ ਦੀ ਉਸ ਜਿਹੜੀਆਂ ਲਾਈਨਾਂ ਨੂੰ ਅਸੀਂ ਦੁਹਰਾ ਦਈਏ ਕਿ ਮਾਨਵ ਕੀ ਜਾਤ ਸਭ ਇੱਕ ਪਹਿਚਾਨ ਹੋ, ਉਹਨੂੰ ਅਸੀਂ ਮੰਨ ਕੇ ਚੱਲੀਏ ਤਾਂ ਫਿਰ ਇਹ ਜਾਤੀ ਪਾਤੀ ਤੋਂ ਪਰੇ ਹੋ ਜਾਈਏ। ਫਿਰ ਇਹ ਜਿਹੜਾ ਆ पाड़ा खत्म हो सकता। और वो मानसिक रूप तो सानू अज तैयार करिए। जे मैं फैमिली प्लैनिंग की गल की तो 30 साल तो बाद भी अज तुहाडे मन च सवाल है, भाव हले भी मानसिक रूप च कमजोरी हले नज़र आउंदी है। इहदा मतलब सानू बहुत लंबा समा करना पैना, पर शुरुआत जदों करनी है, ਜਦੋਂ शुरुआत करनी उदों 40 साल बाद जाके तुसीं भी कहोगे भी हाले भी कमजोरी है। तो इसका मतलब ये कोई सौखा काम नहीं है। ये लिए प्रयास सानू हुण तो करन दे ते नैक्सट जनरेशन ਜਿਹੜੇ ਪ੍ਰयासाਂ ਤੁਸੀਂ ਗੱਲ ਕਰ ਰਹੇ ਹੋ ਉਹਨਾਂ ਦੀ ਅਸੀਂ ਜੇ ਇੱਕ ਭਰੋਸਾ ਨਹੀਂ ਰਿਹਾ। ਬਿਕੋਜ਼ ਹੁਣੇ ਹਾਲ ਵਿੱਚ ਇੱਕ SGPC ਵੱਲੋਂ ਵੀ ਬਿਆਨ ਆਇਆ ਹੈ। ਬਿਕੋਜ਼ ਜਿਹੜੇ ਪ੍ਰयास ਮਾਨਸਿਕਤਾ ਨੂੰ ਚੇਂਜ ਕਰਨ ਦੇ, ਉਹਨਾਂ ਨੂੰ ਲੱਗਦਾ ਹੈ ਕਿ ਇਹ ਸਰਕਾਰ ਇੱਕ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੀ ਜਿੱਥੇ ਘੱਟ ਗਿਣਤੀਆਂ ਨੂੰ, ਉਹਨੂੰ ਲੱਗਦਾ ਇਹੋ ਜਿਹੀ ਸੋਚ ਆਏਗੀ ਤਾਂ जो दरारां ने धर्म विच पै जाणियां। तो उन्होंने भी इसकी निंदा की। तुसीं उहदे बारे की कहंदे हो? देखो, जिथे तक मैं हले कह रहा सी, जिस मानसिकता की चेंज करन दी लोड़ है, असीं नफरत खत्म करन दी लोड़ है, जिथे भाईचारक साझ वधाउण दी लोड़ है, जिहड़ा साडा करतव्य सी आपां ओह नहीं कर रहे। आपां किते होर पासे फस गए। राजनीतिक पार्टियां जिहड़ियां अपना राजनीतिक काम कर रही, उन्होंने करन दिओ इस तरह का। साडा काम की होना चाहिए? अज पिंडां दे विच गुरुद्वारे है, यह गुरुद्वारा ये रामगढ़ियां दा है, यह गुरुद्वारा ये लुबाणियां दा है, यह गुरुद्वारा रविदासियां दा है, यह गुरुद्वारा ये ਸਿੰਘਾਂ ਉਹਦਾ जट्टां दा है। इस भेद नूं पहलां खत्म करन, जिहड़ी मैं मानसिकता की लोड़ कर रहा, इस मानसिकता नूं खत्म करना उन्हां दा काम सी। उन्हां दे फर्ज निभाउणा चाहिए, उस फर्ज वाल नूं अगे वधना चाहिए, ना कि जिहड़ा कोई भाईचारक साडी साझ तां असीं बनाई नहीं। ਆਪਾਂ ਜੇ ਕਿਤੇ ਹਿੰਦੂ ਸਿੱਖ ਏਕਤਾ ਦੀ ਗੁਰੂਆਂ ਨੇ ਲਾਉਂਦੇ ਰਹੇ, ਆਪਾਂ ਉਹਦੇ ਵਿੱਚ ਤੁਹਾਡਾ ਕਹਿਣ ਦਾ ਮਤਲਬ ਹੈ ਕਿ SGPC ਆਪਣੇ ਜਿਹੜਾ ਜੋ ਉਹਨਾਂ ਦਾ ਫਲਸਫਾ ਸੀ, ਮੇਰਾ ਕਹਿਣ ਦਾ ਕੀ ਮਤਲਬ ਹੈ ਤੁਸੀਂ ਸਮਝ ਰਹੇ ਹੋ। ਅੱਜ ਤੁਸੀਂ ਪਿੰਡ ਦੇ ਹਾਂ ਜੇ ਇੰਨੇ ਗੁਰਦੁਆਰੇ ਆ ਗਏ, ਮਤਲਬ ਜਿਹੜੀ ਗੁਰੂ ਨਾਨਕ ਦੀ ਸਿੱਖਿਆ ਸੀ ਉਹ ਤਾਂ SGPC ਵੱਲੋਂ ਲਾਗੂ ਨਹੀਂ ਹੋਈ। ਅੱਜ ਤੁਸੀਂ ਪਿੰਡਾਂ ਦੇ ਵਿੱਚ ਜਾਓ, ਜਿਹੜੇ ਸ਼ਮਸ਼ਾਨ ਘਾਟ ਹੈ, ਇਹ ਰਾਮਗੜੀਆਂ ਦਾ ਸ਼ਮਸ਼ਾਨ ਘਾਟ ਹੈ, ਇਹ ਰਾਜਪੂਤਾਂ ਦਾ ਸ਼ਮਸ਼ਾਨ ਘਾਟ ਹੈ। ਮੈਂ ਇੱਕ ਪਿੰਡ ਦੇ ਵਿੱਚ ਗਿਆ, 6 ਸ਼ਮਸ਼ਾਨ ਘਾਟ ਹੈ। और वो जानी मरण तो बाद भी असी किते नहीं जाते। असी कहने रब एक आत्मा उपर चली जाती, वो मिल जाती, उन्होंने भी नहीं मिलने देंगे। अज जे तुसी कहने कि एक पासे गुरुआं दा संदेश की सी, जिहड़ा सिख हो गया वो सिख है, उसकी कोई जात नहीं। तो फिर ये मजहबी सिख, ये लुबाणा सिख, ये अरोड़ा सिख, ये जट सिख, ये कित्थों आए? ये ते काम करन दी लोड़ है। ਜਿਹੜਾ ਉਹਨਾਂ ਦਾ ਸਹੀ ਕਰਤੱਵ ਹੈ, ਸਹੀ ਮੰਤਵ ਉਹਨਾਂ ਦਾ, ਜਿਸ ਕੰਮ ਲਈ ਗੁਰਦੁਆਰਿਆਂ ਦੀ ਸਾਂਭ ਸੰਭਾਲ ਲਈ ਹੈ, ਗੁਰਦੁਆਰਿਆਂ ਦੀ ਸਾਂਭ ਸੰਭਾਲ ਦਾ ਜਦੋਂ ਅਸੀਂ ਕਰਾਂਗੇ ਤੇ ਉਸ ਗੁਰੂਆਂ ਦੀ ਬਾਣੀ ਦੀ ਵੀ ਸਾਂਭ ਸੰਭਾਲ ਕਰਾਂਗੇ। ਗੁਰੂਆਂ ਦੀ ਬਾਣੀ ਨੂੰ ਸੰਭਾਲਾਂਗੇ ਤਾਂ ਅਸੀਂ ਇਸ ਚੀਜ਼ਾਂ ਜਿਹੜੇ ਮੈਂ ਤੁਹਾਡੇ ਕੋਲ ਸਵਾਲ ਖੜੇ ਕੀਤੇ ਆ, ਇਹਨਾਂ ਦੇ ਉੱਤੇ ਵੀ ਆਪਾਂ ਚਰਚਾ ਕਰਾਂਗੇ। ਔਰ ਜਦੋਂ ਇਹ ਚਰਚਾ ਕਰਾਂਗੇ ਤਾਂ ਫਿਰ ਅਸੀਂ ਆਪਣਾ ਕਰਤੱਵ ਪਛਾਣਦੇ ਹੋਏ ਪਹਿਲਾਂ ਅਸੀਂ ਮੂਲ ਕੰਮ ਨੂੰ ਪਛਾਣੀਏ, ਫਿਰ ਆਪਾਂ ਦੂਸਰੇ ਪਾਸੇ ਵੱਲ ਨੂੰ। ਸਰ, ਅੱਜ ਤੁਹਾਡਾ ਅਹੁਦਾ ਬੜਾ ਵੱਖਰਾ ਹੈ, ਤੁਸੀਂ ਕਨਸਟੀਟਿਊਸ਼ਨ ਪੋਜੀਸ਼ਨ 'ਤੇ ਹੈਗੇ ਹੋ। ਪਰ ਜੇ ਅਸੀਂ 2 ਸਾਲ ਪਹਿਲਾਂ ਗੱਲ ਕਰੀਏ, ਇਹ ਤੁਹਾਡੀ ਜਿਹੜੀ ਅੱਜ ਥੋੜ੍ਹੀ ਦਰਾਰਾਂ ਆ ਰਹੀਆਂ, ਇਹ ਇੱਕ ਸਿਆਸੀ ਦਰਾਰਾਂ ਨੇ। ਤੁਸੀਂ ਇਕੱਠੇ ਸੀ ਜਦ ਇਹ ਗਿਰਾਵਟ ਸ਼ੁਰੂ ਹੋ ਗਈ ਸੀ, ਸਾਡੀ ਵਰਗੀਆਂ ਅਖਬਾਰਾਂ ਬੜੀ ਆਵਾਜ਼ ਚੁੱਕੀ ਪਰ ਸੁਣੀ ਨਹੀਂ ਗਈ। ਉਦੋਂ ਤੁਸੀਂ ਇਸ ਬਾਰੇ ਆਪਣੇ ਭਾਈਵਾਲੀ ਦੇ ਵਿੱਚ ਕਦੇ ਗੱਲ ਨਹੀਂ ਕੀਤੀ ਕਿ ਇੰਨੇ ਗੁਰਦੁਆਰੇ ਬਣ ਰਹੇ ਹੋ, ਕਿਸ ਰਾਜ ਵਿੱਚ ਬਣੇ ਨੇ? ਨਿਸੰਦੇਹ ਅਸੀਂ ਆਪਣੀ ਜਗ੍ਹਾ ਜਿੱਥੇ ਕਰਨੀ ਸੀ ਉੱਥੇ ਕੀਤੀਆਂ। ਅੱਜ ਗੱਲ ਜਿਹੜੀ ਆ ਉਹ ਬਾਹਰ ਉੱਪਰ ਕੇ ਆ ਰਹੀ ਹੈ। ਅੱਜ ਤੁਸੀਂ ਦੱਸ ਰਹੇ ਹੋ, ਕੋਈ ਮੈਨੂੰ ਹਾਲੇ ਤੱਕ ਤਾਂ ਕਿਸੇ ਨੇ ਨਹੀਂ ਕਿਹਾ कि भी आ तुहाडे को मान लो SGPC ने मता पास करता, ये मीडिया राही साडे को आया, मेरा कहने का भाव। और ये जदों अगे अदी इदां दी चीज़ां भी नहीं सी आईयां ते जदों आईयां नहीं। जब तुसीं पिछली इलैक्शन लड़ रहे सी पंजाब में, 2016-17 की गल करिए, इलैक्शन लड़ रहे सी, उदों पंजाब विच
ਭਾਜਪਾ ਤੇ ਅਕਾਲੀ ਦਲ ਦਾ ਜੋ ਸੀਗਾ ਪ੍ਰਚਾਰ ਕਿ ਅਸੀਂ ਕੰਮ ਕੀਤਾ, ਉਹਦੇ ਵਿੱਚ ਇੱਕ ਚੀਜ਼ ਇਹ ਕਹੀ ਜਾਂਦੀ ਸੀ ਕਿ ਹਰ ਪਿੰਡ ਵਿੱਚ ਅਸੀਂ 3-3 4-4 ਸ਼ਮਸ਼ਾਨ ਘਾਟ ਬਣਾਏ ਨੇ। ਅਸੀਂ ਉਦੋਂ ਇਸ ਨੂੰ ਆਪਣੀ ਇੱਕ ਚੰਗੀ ਗੱਲ ਦਿਖਾਈ ਜਾਂਦੀ ਸੀ। ਨਹੀਂ, ਐਸੀ ਕਿਤੇ ਅਚੀਵਮੈਂਟ ਸਾਡੀ ਕਿਤੇ ਨਹੀਂ ਆਈ। ਨਹੀਂ ਸਰ, ਆਈ ਹੈਗੀ, ਬਿਕੋਜ਼ ਮੈਨੂੰ ਯਾਦ ਹੈ ਮੈਂ ਉਹਦੇ ਬਾਰੇ ਆਵਾਜ਼ ਵੀ ਚੁੱਕੀ ਸੀਗੀ। ਕਿਸੇ ਵਿਅਕਤੀਗਤ ਰੂਪ ਦੇ ਵਿੱਚ ਹੋਵੇ ਤਾਂ ਬਿਕੋਜ਼ ਸ਼ਮਸ਼ਾਨ ਘਾਟ ਬਣਨ ਵਿੱਚ ਵਕਤ ਲੱਗਿਆ, ਗੁਰਦੁਆਰੇ ਬਣਿਆ ਵਿੱਚ, ਸੋ ਉਸ ਵਕਤ ਤੋਂ ਇੱਕ 10-15-20 ਸਾਲ ਤੋਂ ਇਹ ਸਿਲਸਿਲਾ ਨਾ ਇਹ 10-20-15 ਸਾਲ ਤੋਂ ਨਹੀਂ ਹੈ। ਮੈਂ ਤਾਂ, ਮੇਰੇ 60 ਸਾਲ ਦੀ ਉਮਰ ਹੋ ਗਈ, ਮੈਂ ਤਾਂ ਬਚਪਨ ਤੋਂ ਦੇਖਦਾ ਆ ਰਿਹਾ। ਮੇਰੇ ਤੋਂ ਪਤਾ ਨਹੀਂ ਕਿੰਨੇ ਚਿਰ ਪਹਿਲਾਂ ਦੇ ਇਹ ਲੱਗਾ ਹੈ। ਸੋ ਇਹ ਅੱਜ ਦਾ ਨਹੀਂ ਹੈ, ਇਸ਼ੂ ਬਹੁਤ ਪੁਰਾਣੇ ਨੇ। ਸੋ ਇਹਦੇ 'ਤੇ ਜਿਹੜਾ ਪਹਿਲਾਂ ਵੀ ਅਸੀਂ ਕੰਮ ਕਰਦੇ ਸੀ, ਅਸੀਂ ਇਹ ਸਵਾਲ ਜਿੱਥੇ ਚੁੱਕਣ ਵਾਲੇ ਸੀ ਉਹ ਅਸੀਂ ਉਦੋਂ ਵੀ ਚੱਕਦੇ ਸੀ, ਉਦੋਂ ਇੰਡੋਰ 'ਚ ਚੱਲਦੇ ਸੀਗੇ। ਹੁਣ ਉਹਨਾਂ ਨੇ ਇਹਨਾਂ ਇਸ਼ੂਆਂ ਨੂੰ ਐਸਾ ਨਹੀਂ ਸੀ ਕਰਨਾ ਚਾਹੀਦਾ, ਸੋ ਕੀਤਾ ਹੈ। ਤੇ ਉਹਨਾਂ ਦੀ ਆਪਣੀ ਜਿਹੜੀ ਹੋ ਸਕਦੀ ਹੈ, ਪਰ ਇਹ ਗੁਰੂਆਂ ਦੇ ਸੰਦੇਸ਼ ਦੇ ਨਾਲ, ਬਾਣੀ ਦੇ ਸੰਦੇਸ਼ ਨਾਲ, ਜਿਸ ਮੰਤਵ ਦੇ ਲਈ 1920 ਦੇ ਵਿੱਚ ਇਹਨਾਂ ਸਾਰੇ ਅਦਾਰਿਆਂ ਦੀ ਸਥਾਪਨਾ ਕੀਤੀ ਗਈ ਹੈ, ਇਹ ਉਸ ਮੰਤਵ ਦੀ ਪੂਰਤੀ ਨਹੀਂ ਹੈ। ਸੋ ਤੁਹਾਨੂੰ ਲੱਗਦਾ ਹੈ ਕਿ ਅੱਜ ਜੋ ਹਾਲਾਤ ਬਣ ਗਏ ਹੈ, ਹਰ ਪੋਲੀਟੀਕਲ ਪਾਰਟੀ ਚੋਣ ਦੇ ਤਰੀਕੇ ਨਾਲ ਕੰਮ ਕਰਦੀ ਹੈ, ਤੁਸੀਂ ਵੀ ਉਸ ਸਿਸਟਮ 'ਚੋਂ ਰਹਿ ਕੇ ਹੁਣ ਬਾਹਰ ਹੈਗੇ ਹੋ, ਪਰ ਤੁਸੀਂ ਦੇਖਿਆ ਉਹ ਸਿਸਟਮ ਕਿੱਦਾਂ ਚੱਲਦਾ ਹੈ, ਔਰ ਇੱਕ ਪਾਸੇ ਉਹਨਾਂ ਦੀ ਜਿਹੜੀ ਚੋਣ ਜਿੱਤਣ ਦੀ ਕਾਲ ਹੁੰਦੀ ਹੈ ਜਾਂ ਉਹ ਭੁੱਖ ਹੁੰਦੀ ਹੈ, ਉਹਦੇ ਨਾਲ ਇਹ ਜੋ ਸਮਾਜ ਵਿੱਚ ਕਮਜ਼ੋਰੀਆਂ ਉਹ ਵੀ ਆ ਜਾਂਦੀਆਂ, ਕੁਝ ਵੋਟ ਵੀ ਹੁਣ ਜਾਤ ਦੇ ਆਧਾਰ ਹੀ ਪੈਂਦੀ ਹੈਗੀ ਹੈ, ਇਹ ਯਾਦਵ ਹੈ ਜੀ, ਇਹ ਜੱਟ ਇੱਥੇ ਪਾਏਗਾ, ਇਹ ਇੱਥੇ ਪਾਏਗਾ। ਸੋ ਇਹ ਸਾਰੀਆਂ ਹਕੀਕਤਾਂ ਸਮਝਦੇ ਤੁਹਾਨੂੰ ਲੱਗਦਾ ਹੈ ਕਿ ਸਾਰੇ ਇਕੱਠੇ ਮਿਲ ਕੇ ਸਮਾਜਿਕ ਗਿਰਾਵਟ ਨੂੰ ਰੋਕਣ ਲਈ ਇਕੱਠੇ ਆ ਸਕਦੇ ਨੇ? ਦੇਖੋ, ਤੁਸੀਂ ਰਾਜਨੀਤਿਕ ਸਵਾਲ ਉੱਠ ਚੁੱਕਿਆ। ਰਾਜਨੀਤੀ ਦੇ ਵਿੱਚ ਅਸੀਂ ਬਹੁਤ ਸਾਰੀ ਜਗ੍ਹਾ 'ਤੇ ਕਹਿੰਦੇ ਹਾਂ ਰਾਜਨੀਤੀ ਗੰਦਲੀ ਹੋ ਗਈ, ਰਾਜਨੀਤਿਕ ਸਵਾਰਥ ਦੀ ਹੋ ਜਾਂਦੀ ਹੈ, ਰਾਜਨੀਤੀ ਇਹ ਕਰਦੀ ਹੈ। ਰਾਜਨੀਤੀ ਨੂੰ ਤੁਸੀਂ ਜਦੋਂ ਧਰਮ ਦੇ ਪਲੜੇ 'ਚ ਤੋਲਦੇ ਹਾਂ ਤੇ ਉਹਨੂੰ ਅਸੀਂ ਕੋਈ ਸਨਮਾਨਜਨਕ ਨਹੀਂ ਦੇਖਦੇ। ਇੱਕ ਜਰਨਲ ਹੈ ਕਿ ਜਦੋਂ ਤੁਸੀਂ ਧਰਮ ਦੇ ਵਿੱਚ ਕਿ ਧਰਮ ਸਾਡਾ ਕੀ ਕਹਿੰਦਾ, ਫਰਜ਼ ਕੀ ਕਹਿੰਦਾ, ਸਾਨੂੰ ਕੀ ਕਰਨਾ ਚਾਹੀਦਾ ਹੈ, ਔਰ ਰਾਜਨੀਤੀ ਨੂੰ ਜਦੋਂ ਦੇਖਦੇ ਹੋ ਅਲੱਗ-ਅਲੱਗ ਚੀਜ਼ਾਂ ਹੁੰਦੀਆਂ। ਪਰ ਜਿਹੜੀਆਂ ਸਾਡੀਆਂ ਧਾਰਮਿਕ ਜਥੇਬੰਦੀਆਂ ਉਹਨਾਂ ਲਈ ਤਾਂ ਕੋਈ ਮਜਬੂਰੀਆਂ ਨਹੀਂ। ਰਾਜਨੀਤਿਕ ਪਾਰਟੀਆਂ ਦੀ ਤਾਂ ਮੈਂ ਮੰਨ ਗਿਆ ਕਿ ਵੀ ਬਹੁਤ ਸਾਰੀਆਂ ਗਿਰਾਵਟਾਂ ਹੈ ਜਿਹਨੂੰ ਨਹੀਂ ਹੋਣੀਆਂ ਚਾਹੀਦੀਆਂ, ਪਰ ਉਹ ਤਾਂ ਵੋਟ ਲੈਣ ਲਈ ਅੱਗੇ ਜਾਂਦੀਆਂ ਹੋਣਗੀਆਂ। ਉਹਨਾਂ ਦਾ ਤਾਂ ਸਵਾਰਥ ਹੋਏਗਾ ਕਿ ਮੈਂ ਵੋਟ ਲੈਣੀ ਹੈ। ਇੱਕ ਧਾਰਮਿਕ ਜਥੇਬੰਦੀ ਆ, ਉਹਦੀ ਕੀ ਮਜਬੂਰੀ ਹੈ, ਉਹਨੇ ਕਿੱਥੋਂ ਵੋਟ ਲੈਣੀ ਹੈ? ਉਹਦਾ ਕੰਮ ਹੀ ਹੈ ਜਾ ਕੇ ਸਮਾਜ ਦੇ ਵਿੱਚ ਸਮਰਸਤਾ, ਸਮਾਨਤਾ, ਇੱਕ ਭਾਈਚਾਰਕ ਸਾਂਝ ਬਣਾਉਣ ਦੇ ਲਈ ਕੰਮ ਕਰਨਾ ਹੈ। ਸੋ ਸਾਨੂੰ ਆਪਣੇ ਕਰਤੱਵ ਹੈ। ਜੇ ਮੰਦਰ ਵੀ ਉਹੀ ਕੰਮ ਕਰਨ ਲੱਗ ਪਏਗਾ, ਜੇ ਸਾਰੇ ਰਲ ਕੇ, ਭਾਵੇਂ ਇੱਕ ਹਾਕੀ ਦੀ ਟੀਮ ਹੈ, ਗੋਲਕੀਪਰ ਵੀ ਹਾਕੀ ਚੱਕ ਕੇ ਮੈਂ ਗੋਲ ਕਰਨ ਤੁਰ ਪਿਆ, ਫੁੱਲ ਬੈਕ ਵੀ ਗੋਲ ਕਰਨ ਤੁਰ ਪਏਗਾ, ਰਾਈਟ ਇਨ ਵੀ ਚੱਲ ਜਾਏਗਾ ਕਿ ਮੈਂ ਗੋਲ ਕਰਕੇ ਆਉਣਾ, ਤਾਂ ਟੀਮ ਤਾਂ ਹਾਰੇਗੀ। ਇਸ ਕਰਕੇ ਸਾਰਿਆਂ ਨੂੰ ਆਪਣਾ ਕਰਤੱਵ ਪਛਾਣਦੇ ਹੋਏ, ਆਪਣੇ ਉਹਨਾਂ ਦੀ ਮਰਿਆਦਾ ਵਿੱਚ ਰਹਿੰਦੇ ਹੋਏ ਹੀ ਕੰਮ ਕਰਨਾ ਚਾਹੀਦਾ। ਔਰ ਇੱਕ ਟੀਮ ਵਰਕ ਜਿਹੜਾ ਹੁੰਦਾ, ਜੇ ਗੋਲਕੀਪਰ ਡੀ ਦੇ ਅੰਦਰ ਹੀ ਰਹੇਗਾ ਤੇ ਗੋਲ ਸੁਰੱਖਿਅਤ ਰਹੇਗਾ, ਇਹ ਸਾਨੂੰ ਮੰਨਦੇ ਆ। ਇਸੇ ਤਰ੍ਹਾਂ ਜਿਹੜੀਆਂ ਸਾਡੀਆਂ ਧਾਰਮਿਕ ਮਰਿਆਦਾਵਾਂ ਡੀ ਦੇ ਅੰਦਰ ਰਹਿਣਗੀਆਂ ਤਾਂ ਸਾਨੂੰ ਪਤਾ ਹੈ ਕਿ ਸਾਡੀ ਟੀਮ ਸੁਰੱਖਿਅਤ ਰਹੇਗੀ। ਫੁੱਲ ਬੈਕ ਕਮਜ਼ੋਰ ਹੋ ਸਕਦਾ ਹੈ, ਪਰ ਗੋਲਕੀਪਰ ਤਕੜਾ ਹੋਵੇ ਤਾਂ ਵੀ ਉਹ ਆਪਣੀ ਟੀਮ ਨੂੰ ਬਹੁਤ ਵੱਡੇ ਜਿੱਤ ਦੇ ਵੱਲ ਲੈ ਜਾਂਦਾ ਹੈ। ਸਰ, ਜਿਸ ਤਰ੍ਹਾਂ ਦੀ ਤੁਸੀਂ ਨੀਤੀ ਬਣਾ ਰਹੇ ਹੋ, ਤੁਹਾਨੂੰ ਲੱਗਦਾ ਹੈ ਕਿ ਆਉਣ ਵਾਲੇ 40 ਸਾਲ ਬਾਅਦ ਵੀ ਅਸੀਂ ਇਸ ਗੱਲ ਬਾਰੇ, ਸਾਡੇ ਅਗਲੇ ਲੋਕ ਇਹ ਗੱਲ ਤੇ ਨਹੀਂ ਕਰ ਰਹੇ ਹੁਣ ਕਿ ਅੱਜ ਵੀ ਕ੍ਰਾਈਮ ਵੱਧਦੀ ਆ ਰਹੀ, ਦਲਿਤ ਵਿਰੁੱਧ ਕੁਝ ਰੁਕ? ਦੇਖੋ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕ੍ਰਾਈਮ ਕਾਫੀ ਵੱਧ ਰਿਹਾ। ਲੋਕਾਂ ਦੀਆਂ ਜਿਹੜੀਆਂ ਜਿਸ ਤਰੀਕੇ ਨਾਲ, ਜਿਸ ਮਕਸਦ ਲਈ ਅਸੀਂ ਕੰਮ ਕਰ ਰਹੇ ਹਾਂ, ਉਸ ਮਕਸਦ ਲਈ ਜੇ ਭਾਵ ਸਰਕਾਰਾਂ ਯੋਜਨਾਵਾਂ ਬਣਾ ਰਹੀਆਂ, ਉਸ ਮਕਸਦ ਦੀ ਪੂਰਤੀ ਕਿਤੇ ਨਹੀਂ ਹੁੰਦੀ। ਨਿਸੰਦੇਹ ਉਹਦੇ 'ਚ ਰਾਜਨੀਤੀ ਕਾਰਨ ਵੀ ਹੋਣਗੇ, ਮੈਂ ਕੋਈ ਉਹਦੇ 'ਚ ਵੱਖਰੀ ਗੱਲ ਨਹੀਂ। ਅੱਜ ਜੋ ਤੁਸੀਂ ਨੀਤੀ ਲੈ ਕੇ ਆ ਰਹੇ ਹੋ, ਇਹਦੇ ਨਾਲ 40 ਸਾਲ ਬਾਅਦ ਹੀ ਬਦਲਾਅ ਆਏਗਾ? ਨਹੀਂ, ਮੈਂ ਇੱਕ ਹੋਰ ਦੱਸ ਰਿਹਾ ਕਿ ਕਮਿਸ਼ਨ ਕੋਈ ਯੋਜਨਾ ਨਹੀਂ ਲੈ ਕੇ, ਸੁਝਾਅ ਕਰ ਰਹੇ ਹੋ? ਮਤਲਬ ਅਸੀਂ ਸਿਰਫ ਸੁਝਾਅ ਜ਼ਰੂਰ ਦਿੰਦੇ ਹਾਂ। ਨਾਲ ਸਰਕਾਰ ਜਿਹੜੀਆਂ ਸਮੇਂ-ਸਮੇਂ 'ਤੇ ਯੋਜਨਾਵਾਂ ਬਣਾਉਂਦੀ ਹੈ, ਚਾਹੇ ਉਹ ਸੂਬਾ ਸਰਕਾਰ ਹੋਵੇ, ਚਾਹੇ ਕੇਂਦਰ ਸਰਕਾਰ ਹੋਵੇ, ਉਹਨਾਂ ਯੋਜਨਾਵਾਂ ਨੂੰ ਇੰਪਲੀਮੈਂਟ ਸਹੀ ਹੋਵੇ, ਉਹਨੂੰ ਮੋਨੀਟਰਿੰਗ ਕਰਨ ਦਾ, ਉਹਨੂੰ ਦੇਖਣ ਦਾ ਕੰਮ ਸਾਡਾ ਜ਼ਰੂਰ ਹੁੰਦਾ ਹੈ। ਸੋ ਸਾਡਾ ਕੋਈ ਕੰਮ ਯੋਜਨਾ ਮੁੱਖ ਰੂਪ 'ਚ ਕੰਮ ਜਿਹੜਾ ਆ, ਉਹ ਸਿਰਫ ਇੱਕ ਤਰੀਕੇ ਨਾਲ ਸਾਰੇ ਡਿਪਾਰਟਮੈਂਟ, ਉਹ ਚਾਹੇ PSU ਹੋਣ, ਚਾਹੇ ਉਹ ਸੈਮੀ ਗਵਰਨਮੈਂਟ ਦੇ ਅਦਾਰੇ ਹੋਣ, ਚਾਹੇ ਉਹ ਸਟੇਟ ਦੇ ਹੋਣ, ਚਾਹੇ ਸੂਬਾ ਦੇ ਹੋਣ, ਉਹਨਾਂ ਨੂੰ ਦੇਖਣਾ ਆ ਕਿ ਉਹਨਾਂ ਦੇ ਵਿੱਚ ਸਰਕਾਰ ਦੀਆਂ ਦਿੱਤੀਆਂ ਹੋਈਆਂ ਯੋਜਨਾਵਾਂ ਦੀ ਇੰਪਲੀਮੈਂਟੇਸ਼ਨ ਜਿਹੜੀਆਂ ਐਸੀਆਂ ਵਾਸਤੇ ਉਹਨਾਂ ਨੂੰ, ਜਦ ਤੁਸੀਂ ਇੰਪਲੀਮੈਂਟੇਸ਼ਨ ਦਾ ਦੇਖ ਰਹੇ ਹੁੰਦੇ ਆ, ਤੁਹਾਡੇ ਕੋਲ ਕੋਈ ਕੰਪਲੇਂਟ ਆਉਂਦੀ ਹੈ, ਤੁਸੀਂ ਇੱਦਾਂ ਮਹਿਸੂਸ ਕਰਦੇ ਹੋ ਕਿ ਜਿਹੜੇ ਲੋਕ ਅਹੁਦਿਆਂ 'ਤੇ ਬੈਠੇ ਨੇ,
ਜਦ ਉਹ ਆਬਵੀਅਸਲੀ ਉਹਨਾਂ ਨੇ ਲਾਗੂ ਨਹੀਂ ਕੀਤਾ ਤਾਂ ਹੀ ਦਿੱਕਤ ਆਈ। ਸੋ ਉਹਨਾਂ ਵਿੱਚ ਵੀ ਇੰਨਾ ਅਜੇ ਜੋ ਮਤਲਬ ਜੋ ਇੱਕ ਸਰਕਾਰੀ ਮੁਲਾਜ਼ਮ ਹੈ ਜਾਂ ਜੋ ਇੱਕ ਨਿਆਂ ਦੇ ਕੋਰਟ ਵਿੱਚ ਬੈਠਾ ਹੈ, ਕਿੱਥੇ ਬੈਠਾ ਹੈ, ਉਹਦੇ ਮਨ ਵਿੱਚ ਵੀ ਇੰਨੀਆਂ ਦਰਾਰਾਂ ਹੈ ਕਿ ਉਹ ਇੰਪਲੀਮੈਂਟ ਪ੍ਰੋਪਰਲੀ ਨਹੀਂ ਹੋ ਰਿਹਾ। ਬਹੁਤ ਵੱਡੀ ਪ੍ਰੋਬਲਮ ਹੈ, ਬਹੁਤ ਵੱਡੀ ਪ੍ਰੋਬਲਮ ਹੈ। ਜਦੋਂ ਇਹਦੇ ਵਿੱਚ ਜਾ ਕੇ ਦੇਖਿਆ ਇਸ ਲੈਵਲ ਦੇ ਕਿ ਜਿਸ ਤੋਂ ਅਸੀਂ ਆਸ ਨਿਆਂ ਦੀ ਕਰਦੇ ਹਾਂ, ਜਦੋਂ ਉਹਨਾਂ ਤੋਂ ਵੀ ਅਨਿਆਏ ਹੁੰਦਾ ਸਾਹਮਣੇ ਦੇਖਦੇ ਹਾਂ ਔਰ ਉਹਦੇ 'ਤੇ ਸਾਨੂੰ ਦਖਲਅੰਦਾਜ਼ੀ ਕਰਨੀ ਪੈਂਦੀ ਹੈ, ਤਾਂ ਬੜਾ ਦੁੱਖ ਵੀ ਹੁੰਦਾ ਆ, ਕਸ਼ਟ ਵੀ ਹੁੰਦਾ। ਸੋ ਇਹ ਹਾਲੇ ਵੀ ਕਿਤੇ ਨਾ ਕਿਤੇ ਜਦੋਂ ਜੇ ਕਹੀਏ ਕਿ ਬਾਕੀ ਸਾਰੀਆਂ ਚੀਜ਼ਾਂ 'ਚ ਗਿਰਾਵਟ ਆ ਗਈ, ਧਾਰਮਿਕ ਮਰਿਆਦਾਵਾਂ 'ਚ ਗਿਰਾਵਟ ਆ ਗਈ, ਤੇ ਰਾਜਨੀਤਿਕ ਗਿਰਾਵਟ ਜਿਹੜੀ ਹੈ ਮੈਂ ਸਰਕਾਰੀ ਮੁਲਾਜ਼ਮ ਦੀ ਗੱਲ ਕਰੀ ਕਿਉਂਕਿ ਉਹਦੇ ਤੇ ਟ੍ਰੇਨਿੰਗ ਕਰਨਾ ਬੜਾ ਸੌਖਾ ਹੈ। ਕਿਉਂਕਿ ਜਦੋਂ ਰਾਜਨੀਤਿਕ ਮਰਿਆਦਾਵਾਂ 'ਚ ਗਿਰਾਵਟ ਆਏਗੀ ਤੇ ਪ੍ਰਸ਼ਾਸਨਿਕ ਅਦਾਰਿਆਂ 'ਚ ਵੀ ਗਿਰਾਵਟ ਆਏਗੀ। ਕਹਿੰਦੇ ਨਾ ਕਿ ਉਹ ਜੈਸਾ ਰਾਜਾ ਵੈਸੀ ਪ੍ਰਜਾ, ਜਦੋਂ ਉਹਨੂੰ ਉੱਪਰਲੇ ਕੰਟਰੋਲ ਕਰਨ ਵਾਲੇ ਠੀਕ ਨਹੀਂ ਹੋਣਗੇ ਤੇ ਥੱਲੜੀ ਜਨਤਾ ਵੀ ਉਹ ਜਿਹੜਾ ਆ ਉਹ ਉਸ ਦਾ ਦੁਰਉਪਯੋਗ ਕਰਨਾ ਸ਼ੁਰੂ ਹੋ ਜਾਂਦਾ ਹੈ। ਸਰ ਇੱਕ ਨਿੱਜੀ ਸਵਾਲ ਪੁੱਛਣਾ ਚਾਹੁੰਦੀ ਹਾਂ। ਤੁਸੀਂ ਜਿਵੇਂ ਦੱਸਿਆ ਕਿ ਬਚਪਨ ਵਿੱਚ ਤੁਸੀਂ ਆਪ ਬੜਾ ਕੁਝ ਹੰਡਾਇਆ, ਅੱਜ ਤੁਸੀਂ ਇੱਕ ਬੜੇ ਵੱਡੇ ਅਹੁਦੇ ਤੇ ਪਹੁੰਚ ਗਏ ਹੋ, ਤੁਸੀਂ ਮਿਨਿਸਟਰ ਰਹਿ ਚੁੱਕੇ ਹੋ, ਤੁਸੀਂ ਤਾਕਤ ਵਿੱਚ ਰਹਿ ਚੁੱਕੇ ਹੋ। ਇਸ ਤੋਂ ਬਾਵਜੂਦ ਕਿ ਤੁਸੀਂ ਇੰਨੇ ਸਾਲਾਂ ਵਿੱਚ ਅੱਜ ਵੀ ਮਹਿਸੂਸ ਕਰਦੇ ਹੋ ਕਿ ਬਰਾਬਰੀ ਮਿਲੀ ਹੈ, ਕਿ ਅੱਜ ਵੀ ਕਿੱਥੇ ਕੁਝ ਮਹਿਸੂਸ ਹੁੰਦਾ ਹੈ ਕਿ ਅੱਜ ਕਈ ਵਾਰੀ ਕੋਈ ਦਿਲ ਨੂੰ ਸੱਟ ਦੇ ਜਾਂਦਾ ਹੈਗਾ? ਉਹ ਇੱਕ ਜਿਹੜੀ ਮੇਰੀ ਇੰਟਰਵਿਊ ਨੂੰ ਤੁਸੀਂ ਜਿਹੜਾ ਕੋਟ ਵੀ ਕੀਤਾ ਸੀ, IPS ਕੁੜੀ ਦੀ ਗੱਲ ਕਰਦੇ, ਜੇ IPS ਕੁੜੀ ਕਹਿੰਦੀ ਹੈ ਕਿ ਵੀ ਮੈਨੂੰ ਮੇਰੀ ਸਿਕਿਉਰਿਟੀ ਚਾਹੀਦੀ ਕਿਉਂਕਿ ਮੇਰਾ ਘਰ ਵਾਲਾ ਵੀ IPS ਹੈ, ਉਹਨੇ ਘੋੜੀ 'ਤੇ ਚੜ੍ਹ ਕੇ ਆਉਣਾ ਆ, ਅਤੇ ਉਹਨੂੰ ਮੇਰੇ ਪਿੰਡ ਦੇ ਲੋਕ ਜਿਹੜੇ ਸਵਰਨ ਸਮਾਜ ਦੇ ਲੋਕ ਆ, ਉਹਨੂੰ ਸਾਡੀ ਅਨੁਸੂਚਿਤ ਜਾਤੀ ਦੇ ਲੋਕ ਨੂੰ ਅੱਜ ਵੀ ਘੋੜੀ 'ਤੇ ਚੜ੍ਹ ਕੇ ਆਉਣ ਦੀ ਇਜਾਜ਼ਤ ਨਹੀਂ ਦਿੰਦੇ, ਅਤੇ ਮੈਨੂੰ ਪ੍ਰੋਟੈਕਸ਼ਨ ਚਾਹੀਦੀ ਹੈ। ਅਤੇ ਉਹ ਕਿਤੇ ਇੱਕ ਜਗ੍ਹਾ ਨਹੀਂ, ਉਹ ਐਗਜ਼ਾਮਪਲ ਹੈ ਐਸਾ, ਜਿੱਥੇ ਵੀ ਜ਼ਖਮ ਨੂੰ ਕਿਸੇ ਨੂੰ ਵੀ ਛੇੜ ਕੇ ਦੇਖੋ, ਸਾਰੀ ਜਗ੍ਹਾ ਕਿਤੇ ਨਾ ਕਿਤੇ ਤੁਹਾਨੂੰ ਇਹ ਕਸ਼ਟ ਮਿਲਦਾ ਹੀ ਹੈ। ਸੋ ਉਹਦੇ 'ਚ ਮੈਂ ਵੱਖਰਾ ਨਹੀਂ ਹਾਂ। ਹਾਂ ਇੰਨਾ ਆ ਕਿ ਮੈਂ ਫਿਰ ਵੀ ਉਹਦੇ ਲਈ ਮੈਨੂੰ ਮੇਰੇ ਸੰਗਠਨ ਨੇ ਇੰਨਾ ਕੁ ਮਜ਼ਬੂਤ ਕੀਤਾ ਕਿ ਮੈਂ ਉਹਨਾਂ ਸਮੱਸਿਆਵਾਂ ਨਾਲ ਜੂਝ ਕੇ ਲੜ ਕੇ ਆਪਣੇ ਗੱਲ ਰੱਖ ਸਕਾਂ, ਇੰਨਾ ਕੁ ਮੈਨੂੰ ਆਪਣੇ ਇਰਾਦਿਆਂ ਦਾ ਮਜ਼ਬੂਤੀ ਵੀ ਹੈ। ਔਰ ਜੇ ਮੈਨੂੰ ਮੇਰੇ ਗੁਰੂਆਂ ਨੇ ਔਰ ਮੈਨੂੰ ਡਾਕਟਰ ਅੰਬੇਡਕਰ ਸਾਹਿਬ ਨੇ ਤਾਕਤ ਦਿੱਤੀ ਹੈ ਤਾਂ ਉਹਦਾ ਇਸਤੇਮਾਲ ਕਰਨਾ ਵੀ ਮੈਨੂੰ ਆਉਣਾ ਚਾਹੀਦਾ ਹੈ, ਅਤੇ ਫਿਰ ਆਪਣੇ ਆਪ ਉਹਦਾ ਹੱਲ ਵੀ ਨਿਕਲਦਾ ਹੈ। ਸਰ ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ। ਉਮੀਦ ਕਰਦੇ ਹਾਂ ਜੋ ਤੁਸੀਂ ਕੁਝ ਇਹੋ ਜਿਹੀ ਬਦਲਾਵ ਦੀ ਕੜੀ ਸ਼ੁਰੂ ਕਰੋ ਤਾਂ ਕਿ ਜੋ ਗੁਰੂਆਂ ਨੇ ਪੰਜਾਬ ਵਿੱਚ ਸ਼ੁਰੂ ਕੀਤਾ ਸੀ ਉਹ ਪੂਰੇ ਦੇਸ਼ ਵਿੱਚ ਲਾਗੂ ਜ਼ਰੂਰ ਹੋਏ। ਚਲੋ ਮੈਂ ਵੀ ਤੁਹਾਡੀ ਇਸ ਗੱਲ ਦੇ ਪ੍ਰੋੜਤਾ ਵੀ ਕਰਦਾ, ਪਰ ਨਾਲ ਨਾਲ ਇਹ ਵੀ ਕਹਾਂਗਾ ਕਿ ਸਮਾਜ ਨੂੰ ਸੇਧ ਦੇਣ ਵਾਲੇ ਜਿਹੜੀਆਂ ਵੀ ਜਥੇਬੰਦੀਆਂ ਉਹ ਆਪਣਾ ਫਰਜ਼ ਪਛਾਣਦੇ ਹੋਏ ਅਸੀਂ ਸਮਾਜ ਨੂੰ ਕੁਛ ਦੇਣਾ ਆ। ਅਸੀਂ ਦੇਸ਼ ਦੇ ਨਾਗਰਿਕ ਹਾਂ, ਅਸੀਂ ਸਮਾਜ ਦੇ ਨਾਗਰਿਕ ਹਾਂ, ਅਸੀਂ ਕੁਛ ਨਾ ਕੁਛ ਇਸ ਸਮਾਜ ਨੂੰ ਸਹੀ ਸੇਧ ਵੱਲ ਦੇ ਕੇ ਵਧੀਏ, ਨਾ ਕਿ ਮੇਰਾ ਇਹਦੇ 'ਚ ਕੀ ਫਾਇਦਾ ਹੈ, ਇਹਨੂੰ ਛੱਡ ਕੇ ਸਮਾਜ ਨੂੰ ਮੈਂ ਕੀ ਦੇਣਾ, ਇਹਦੇ ਵੱਲ ਤੁਰਾਂਗੇ ਅਤੇ ਨਿਸ਼ਚਿੰਤ ਅਸੀਂ ਆਪਣੇ ਸੱਭਿਆਚਾਰਕ ਨੂੰ ਵੀ ਮਜ਼ਬੂਤ ਕਰਾਂਗੇ, ਸੂਬੇ ਨੂੰ ਵੀ ਮਜ਼ਬੂਤ ਕਰਾਂਗੇ, ਦੇਸ਼ ਨੂੰ ਵੀ ਮਜ਼ਬੂਤ ਕਰਾਂਗੇ। ਜਦੋਂ ਦੇਸ਼ ਮਜ਼ਬੂਤ ਹੋਏਗਾ ਤਾਂ ਸਾਡਾ ਸਾਰਿਆਂ ਦਾ ਮਾਣ ਸਨਮਾਨ ਵਧੇਗਾ, ਤਾਂ ਸਾਡੀ ਸਾਰਿਆਂ ਦੀ ਛਾਤੀ ਚੌੜੀ ਹੋਏਗੀ। ਇਸ ਦੇ ਨਾਲ ਸਾਰਿਆਂ ਨੂੰ ਮੈਂ ਜਿਹੜੇ ਸਪੋਕਸਮੈਨ TV ਦੇਖ ਰਹੇ ਸਾਰੇ ਦਰਸ਼ਕਾਂ ਨੂੰ ਜਿਹੜੀ ਸ਼ੁਭਕਾਮਨਾਵਾਂ ਦਿੰਦਾ। ਪਿਆਰ ਭਰੀ ਸਤਿ ਸ੍ਰੀ ਅਕਾਲ।